ਤੇ ਅੱਜ ਆਪਾਂ ਸਾਰੇ ਜਿਹੜੇ ਹੈਗੇ ਉਹ ਡਾਕਟਰ ਸਾਹਿਬ ਪੁਰਸ਼ੋਤਮ ਜਿੰਦਲ ਜੀ ਹੈਗੇ ਸਾਡੇ ਨਾਲ ਤੇ ਡਾਕਟਰ ਜਨਕ ਰਾਜ ਜੀ ਹੈਗੇ ਸਾਡੇ ਨਾਲ ਤੇ ਅੱਜ ਅਸੀਂ ਸਾਰੇ ਡਾਕਟਰ ਸਾਹਿਬਾਨ ਨਾਲ ਮੀਟਿੰਗ ਵੀ ਕੀਤੀ ਹੈਗੀ ਕੋਵਿਡ ਦੀ ਜਿਹੜਾ ਕ੍ਰਾਈਸਿਸ ਚੱਲ ਰਿਹਾ ਹੈਗਾ ਉਹਦੇ ਸੰਬੰਧ ਵਿੱਚ ਮਾਨਸਾ 'ਚ ਤੇ CMO ਸਾਹਿਬ ਸਾਡੇ ਨਾਲ ਸੀਗੇ ਤੇ ਅਸੀਂ ਸਿਚੁਏਸ਼ਨ ਨੂੰ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ। ਜੋ ਵੀ ਸਪੋਰਟ ਅਸੀਂ ਡਾਕਟਰ ਸਾਹਿਬਾਨ ਵੱਲੋਂ ਲੈ ਸਕਦੇ ਹੈਗੇ ਉਹਦੇ ਵਾਸਤੇ ਅਸੀਂ ਰਿਕੁਐਸਟ ਕੀਤੀ ਤੇ ਅੱਜ ਦੀ ਮੀਟਿੰਗ ਦਾ ਜਿਹੜਾ ਸਭ ਤੋਂ ਪਲੱਸ ਪੁਆਇੰਟ ਸੀਗਾ ਉਹ ਸੀਗਾ ਕਿ ਅੱਜ ਜਿਹੜੇ ਡਿਫਰੈਂਟ ਹਸਪੀਟਲਸ ਤੋਂ ਡਾਕਟਰਸ ਆਏ ਸੀਗੇ ਉਹਨਾਂ ਨੇ 40 ਬੈੱਡ ਹੋਰ ਵਧਾਉਣ ਵਾਸਤੇ L2 ਫੈਸਿਲਿਟੀ ਵਾਸਤੇ ਐਗਰੀ ਹੋਏ ਹੈਗੇ, ਜਿਹੜੀ ਇੱਕ ਬਹੁਤ ਵਧੀਆ ਗੱਲ ਹੈਗੀ ਤੇ ਕਮਿਊਨਿਟੀ ਦੇ ਪਾਰਟਿਸਿਪੇਸ਼ਨ ਨਾਲ ਹੀ ਆਪਾਂ ਆ ਕੋਰੋਨਾ ਦੀ ਜਿਹੜੀ ਜੰਗ ਹੈਗੀ ਉਹ ਜਿੱਤ ਸਕਦੇ ਹਾਂ। ਤੇ ਇਹਦੇ ਵਾਸਤੇ ਸਾਰੇ ਡਾਕਟਰ ਸਾਹਿਬਾਨ ਦਾ ਤੁਹਾਡੇ ਰਾਹੀਂ ਅਸੀਂ ਸ਼ੁਕਰਗੁਜ਼ਾਰ ਹੈਗੇ ਡਾਕਟਰ ਸਾਹਿਬ। ਤੇ ਅੱਜ ਆ ਵੀਡੀਓ ਬਣਾਉਣ ਦੀ ਅਸੀਂ ਇਸ ਕਰਕੇ ਸੋਚਿਆ ਹੈਗਾ ਕਿ ਆਪਣੇ ਬਹੁਤ ਸਾਰੇ ਪੇਸ਼ੈਂਟਸ ਹੈਗੇ ਜਿਨ੍ਹਾਂ ਨੂੰ ਦੋ ਲੈਵਲ ਤੇ ਅਲੱਗ-ਅਲੱਗ ਅਵੇਅਰਨੈਸ ਦੀ ਲੋੜ ਹੈਗੀ। ਇੱਕ ਅਵੇਅਰਨੈਸ ਦੀ ਲੋੜ ਹੈਗੀ ਕਿ ਕੋਰੋਨਾ ਤੋਂ ਬਚਾਅ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈਗਾ, ਕੀ ਆਪਾਂ ਸਾਵਧਾਨੀਆਂ ਵਰਤਾਂਗੇ ਤੇ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ। ਤੇ ਦੂਜਾ ਹੈਗਾ ਕਿ ਜੇਕਰ ਕਿਸੇ ਨੂੰ ਕੋਵਿਡ ਨੇ ਇਨਫੈਕਟ ਕਰ ਲਿਆ ਤੇ ਉਹਦਾ ਕੀ ਮਤਲਬ ਟ੍ਰੀਟਮੈਂਟ ਪ੍ਰੋਟੋਕੋਲਸ ਹੋਣੇ ਚਾਹੀਦੇ, ਉਹਨੂੰ ਕੀ ਮਤਲਬ ਪ੍ਰੋਟੋਕੋਲ ਫੋਲੋ ਕਰਨਾ ਚਾਹੀਦਾ ਸੋ ਦੈਟ ਕਿ ਉਹ ਕ੍ਰਿਟੀਕਲ ਹੋਣ ਤੋਂ ਬਚ ਸਕੇ ਤੇ ਉਹਦੀ ਕੀਮਤੀ ਜਾਨ ਬਚਾਈ ਜਾ ਸਕੇ। ਤੇ ਉਸ ਤੋਂ ਸੰਬੰਧਿਤ ਜਿਹੜਾ ਹੈਗਾ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਜਾਣਨਾ ਚਾਹੂੰਗਾ ਕਿ ਆਪਾਂ ਲੋਕਾਂ ਨੂੰ ਦੱਸੀਏ ਕਿ ਹੁਣ ਜਿਹੜਾ ਕੋਵਿਡ ਦਾ ਜਿਹੜਾ ਨਵਾਂ ਸਟ੍ਰੇਨ ਹੈਗਾ ਉਹ ਪੁਰਾਣੇ ਵਾਲੇ ਸਟ੍ਰੇਨ ਤੋਂ ਕਿਸ ਤਰੀਕੇ ਨਾਲ ਡਿਫਰੈਂਟ ਹੈਗਾ ਤੇ ਇਹਦੇ ਵਾਸਤੇ ਹੁਣ ਆਪਾਂ ਨੂੰ ਜ਼ਿਆਦਾ ਜਾਗਰੂਕਤਾ ਦੀ ਲੋੜ ਕਿਉਂ ਹੈ, ਮਤਲਬ ਇਸ 'ਚ ਕੀ ਖਤਰਨਾਕ ਚੀਜ਼ ਆ ਗਈ ਇਸ ਤਰੀਕੇ ਦੀ ਜਿਹੜੀ ਪਿਛਲੀ ਵਾਰ ਨਹੀਂ ਸੀਗੀ ਤੇ ਜ਼ਿਆਦਾ ਜਾਗਰੂਕਤਾ ਦੀ ਲੋੜ ਕਿਉਂ ਹੈਗੀ ਉਹ ਤੁਸੀਂ ਕਰਨੀ ਡਾਕਟਰ ਸਾਹਿਬ। ਦੇਖੋ ਜਿਹੜਾ ਨਵਾਂ ਸਟ੍ਰੇਨ ਆਇਆ ਜਿਹਨੂੰ ਅਸੀਂ UK ਸਟ੍ਰੇਨ ਕਹਿੰਦੇ ਆ, ਇਹ ਬੜਾ ਖਤਰਨਾਕ ਸਟ੍ਰੇਨ ਹੈ ਪਹਿਲੇ ਨਾਲੋਂ, ਕਿਉਂਕਿ ਇੱਕ ਤਾਂ ਇਹਦੇ ਵਿੱਚ ਯੰਗਰ ਏਜ ਜਿਹੜੀ ਹੈ ਉਹ ਜ਼ਿਆਦਾ ਇਨਵੋਲਵ ਹੋ ਰਹੀ ਹੈ, ਬੱਚੇ ਵੀ ਇਨਵੋਲਵ ਹੋ ਰਹੇ ਹੈ। ਦੂਸਰਾ ਇਹਦੇ ਵਿੱਚ ਜਿਹੜੀ ਹੈ ਮੋਰਬਿਡਿਟੀ ਹੈ ਉਹ ਜਲਦੀ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚ ਪੱਕਾ ਹੁੰਦਾ ਸੀ ਕਿ 8-10 ਦਿਨ ਤੱਕ ਕਿਸੇ ਨੂੰ ਕੋਈ ਸਿਵੈਰਿਟੀ ਨਹੀਂ ਬਣੇਗੀ। ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੁਝ ਬੰਦੇ ਚੌਥੇ, ਪੰਜਵੇਂ, ਛੇਵੇਂ ਦਿਨ ਵੀ ਸੀਰੀਅਸ ਹੋਣ ਲੱਗ ਪੈਂਦੇ ਆ। ਤੀਸਰਾ ਇਹ ਇਸ ਕਰਕੇ ਬਹੁਤ ਜ਼ਿਆਦਾ ਸੀਰੀਅਸ ਸਟ੍ਰੇਨ ਹੈ, ਡੇਂਜਰਸ ਸਟ੍ਰੇਨ ਹੈ ਕਿਉਂਕਿ ਇਹਦੀ ਇਨਫੈਕਟੀਵਿਟੀ ਬਹੁਤ ਜ਼ਿਆਦਾ ਹੈ। ਜੇ ਅਸੀਂ ਕਹੀਏ ਕਿ ਅਸੀਂ 20 ਬੰਦੇ ਇਕੱਠੇ ਬੈਠੇ ਹਾਂ, ਸਾਡੇ 'ਚ ਇਨਫੈਕਟਡ ਬੰਦਾ ਹੈ, ਪੁਰਾਣੇ ਸਟ੍ਰੇਨ ਵੇਲੇ ਹੁੰਦਾ ਸੀ ਕਿ 3 ਜਾਂ 4 ਬੰਦੇ ਇਨਫੈਕਟ ਹੋ ਸਕਦੇ ਉਹਦੇ ਵਿੱਚੋਂ, ਪਰੰਤੂ ਹੁਣ ਜੇ ਅਸੀਂ 20 ਬੰਦੇ ਇਕੱਠੇ ਬੈਠੇ ਹਾਂ, ਇੱਕ ਬੰਦਾ ਇਨਫੈਕਟਡ ਹੈ ਤਾਂ ਸਾਡੇ 'ਚ ਪੋਸੀਬਿਲਿਟੀ ਹੈ ਕਿ 12-15 ਬੰਦੇ ਜਿਹੜੇ ਹੈ ਉਹ ਸਟ੍ਰੇਨ ਨਾਲ ਇਨਫੈਕਟ ਹੋ ਸਕਦੇ ਆ। ਸੋ ਇਹ ਸਟ੍ਰੇਨ ਤੋਂ ਜ਼ਿਆਦਾ ਸਾਨੂੰ ਸਾਵਧਾਨੀ ਜਿਹੜੀ ਹੈ ਉਹ ਰੱਖਣ ਦੀ ਲੋੜ ਹੈ। ਸਾਵਧਾਨੀਆਂ ਮੇਨ ਤਾਂ ਉਹੀ ਤਿੰਨੇ ਨੇ। ਅਸੀਂ ਹਮੇਸ਼ਾ ਮਾਸਕ ਪਾ ਕੇ ਰੱਖੀਏ। ਮਾਸਕ ਪਾ ਕੇ ਰੱਖਣਾ ਜਿੰਨਾ ਜ਼ਰੂਰੀ ਹੈ ਉਨਾ ਜ਼ਰੂਰੀ ਹੈ ਕਿ ਮਾਸਕ ਨੂੰ ਪ੍ਰੋਪਰ ਤਰੀਕੇ ਨਾਲ ਪਾ ਕੇ ਰੱਖੀਏ। ਮਾਸਕ ਤੁਹਾਡੀ ਠੋਡੀ ਤੋਂ ਲੈ ਕੇ ਤੁਹਾਡੇ ਨੱਕ ਦੇ ਉੱਪਰਲੇ ਹਿੱਸੇ ਤੱਕ ਸਾਰਾ ਕਵਰ ਕਰਦਾ ਹੋਵੇ। ਤੁਸੀਂ ਉਹਨੂੰ ਬਾਰ-ਬਾਰ ਉੱਪਰ ਨੀਚੇ ਨਾ ਕਰਦੇ ਹੋਵੋ। ਤੁਸੀਂ ਉਹਨੂੰ ਜਦੋਂ ਉਤਾਰਨਾ ਹੈ ਤਾਂ ਸਿਰਫ ਕੰਨਾਂ ਕੋਲੋਂ ਜਿਹੜੀਆਂ ਡੰਡੀਆਂ ਨੇ ਉਹ ਫੜ ਕੇ ਉਤਾਰਨਾ ਹੈ। ਤੁਸੀਂ ਉਹਦੇ ਅਗਲੇ ਹਿੱਸੇ ਨੂੰ ਟੱਚ ਨਹੀਂ ਕਰਨਾ ਹੈਗਾ। ਇਸ ਤਰ੍ਹਾਂ ਦਾ ਜਿਹੜਾ ਮਾਸਕ ਪਹਿਨਿਆ ਜਾਵੇਗਾ ਉਹੀ ਤੁਹਾਨੂੰ ਸੁਰੱਖਿਆ ਦੇ ਸਕਦਾ ਹੈ, ਉਹੀ ਦੂਸਰਿਆਂ ਨੂੰ ਸੁਰੱਖਿਆ ਦੇ ਸਕਦਾ ਤੁਹਾਡੇ ਤੋਂ। ਦੂਸਰਾ ਹੈ ਆਪਣੇ ਹੱਥ ਧੋਣੇ ਆ ਤੁਸੀਂ ਬਾਰ-ਬਾਰ। ਹੱਥ ਧੋਣ ਦਾ ਮਤਲਬ ਜਿਹੜਾ ਹੈ ਘੱਟੋ ਘੱਟ 20 ਸੈਕਿੰਡ ਅਸੀਂ ਹੱਥਾਂ ਨੂੰ ਮਸਲ ਕੇ ਉਂਗਲੀਆਂ ਦੀਆਂ ਵਿੱਚ ਵਾਲੀ ਜਗ੍ਹਾ, ਗੁੱਟ ਵਾਲੀ ਜਗ੍ਹਾ, ਅੰਗੂਠਿਆਂ ਵਾਲੀ ਜਗ੍ਹਾ 20 ਸੈਕਿੰਡ ਘੱਟੋ ਘੱਟ ਮਸਲ ਕੇ ਸਾਬਣ ਨਾਲ ਹੱਥ ਧੋਣੇ ਆ। ਜਿੰਨੇ ਵਾਰ ਅਸੀਂ ਘਰੋਂ ਬਾਹਰ ਆਉਂਦੇ ਹਾਂ, ਘਰ ਜਾਂਦੇ ਹਾਂ ਬਾਹਰੋਂ ਜਾ ਕੇ, ਉਹਨੇ ਵਾਰ ਸਾਨੂੰ ਜਿਹੜੇ ਸਾਡੇ ਹੱਥ ਧੋ ਲੈਣੇ ਚਾਹੀਦੇ ਆ। ਨੰਬਰ 3 ਜਿਹੜਾ ਹੈ, ਅਸੀਂ ਸਮਾਜਿਕ ਪ੍ਰਾਣੀ ਆ। ਅਸੀਂ ਅਜੇ ਵੀ ਇਕੱਠੇ ਹੋ ਕੇ ਬੈਠਦੇ ਹਾਂ, ਇੰਨੀ ਵੱਡੀ ਮਹਾਮਾਰੀ ਚੱਲ ਰਹੀ ਹੈ, ਪਰ ਜੇ ਅਸੀਂ ਥੋੜੀ ਸਮਾਜਿਕ ਦੂਰੀ ਬਣਾ ਕੇ ਬੈਠੀਏ ਜਿੱਥੇ ਵੀ ਬੈਠਣਾ ਹੈਗਾ ਤਾਂ ਜਿਹੜੀ ਇਹ ਤਿੰਨੇ ਚੀਜ਼ਾਂ ਨਾਲ ਇਸ ਬਿਮਾਰੀ ਦਾ ਪ੍ਰਕੋਪ ਕਾਫੀ ਹੱਦ ਤੱਕ ਘਟਣ ਦੇ ਜਿਹੜੇ ਹੈਗੇ ਉਹ ਚਾਂਸ ਬਣ ਸਕਦੇ ਆ। ਜਿਹੜੀ ਇਹ ਬਿਮਾਰੀ ਇੰਨੀ ਵੱਧ ਰਹੀ ਹੈ, ਕਿਤੇ ਨਾ ਕਿਤੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਪਰਪੱਕ ਨਹੀਂ ਹੋਏ, ਤਿੰਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਆਬਜ਼ਰਵ ਹੈ ਜਿਹੜਾ ਉਹ ਨਹੀਂ ਕਰ ਰਹੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬਹੁਤ ਜ਼ਰੂਰੀ ਚੀਜ਼ਾਂ ਹੈਗੀ ਤੇ ਆਪਾਂ ਸਾਰੇ ਲੋਕਾਂ ਨੂੰ ਪਤਾ ਵੀ ਹੈਗੀ, ਬਟ ਫਿਰ ਤੋਂ ਅਸੀਂ ਲੋਕਾਂ ਤੋਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਆ ਜਿਹੜਾ ਕੋਰੋਨਾ ਤੋਂ ਬਚਾਅ ਦਾ ਸਭ ਤੋਂ ਚੰਗਾ ਉਪਾਅ ਉਹੀ ਹੈਗਾ ਕਿ ਇਸ ਤੋਂ ਇਨਫੈਕਸ਼ਨ ਤੋਂ ਹੀ ਬਚਿਆ ਜਾਵੇ, ਕਿਉਂਕਿ ਇਨਫੈਕਸ਼ਨ ਹੋਣ ਤੋਂ ਬਾਅਦ ਜਿਹੜਾ ਹੈਗਾ ਉਹਦਾ ਟੇਕ ਕੇਅਰ ਕਰਨਾ ਜ਼ਿਆਦਾ ਔਖਾ ਹੈਗਾ। ਤੇ ਇਸ ਵਾਸਤੇ ਇਹਤਿਆਤਨ ਜਿਹੜੇ ਕਦਮ ਉਠਾਏ ਜਾਣੇ ਚਾਹੀਦੇ ਉਹ ਜ਼ਰੂਰ ਉਠਾਏ ਜਾਣ। ਸਰਕਾਰ ਨੇ ਇਸ ਤੋਂ ਸੰਬੰਧਿਤ ਤੁਹਾਨੂੰ ਪਤਾ ਕਿ ਕੱਲ੍ਹ और भी थोड़ी सख्त हिदायतां ते रेस्ट्रिक्शन लागू किए है।
ਉਹਦਾ ਵੀ ਮਕਸਦ ਆਈ ਹੈਗਾ ਕਿ ਹਾਲਾਤ ਖਰਾਬ ਹੋਣ ਤੋਂ ਪਹਿਲਾਂ ਹੀ ਸਰਕਾਰ ਚਾਹੁੰਦੀ ਕਿ ਲੋਕਾਂ ਦੀ ਕੀਮਤੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ, ਤੇ ਇਸ ਕਰਕੇ ਸਰਕਾਰ ਨੇ ਨਵੀਂ ਰੈਸਟ੍ਰਿਕਸ਼ਨਸ ਲਾਗੂ ਕੀਤੀ। ਤੇ ਸਰਕਾਰ ਦਾ ਇੰਟੈਂਸ਼ਨ ਹੈਗਾ ਕਿ ਕੋਈ ਵੀ ਬੰਦਾ ਗੈਰ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੇ, ਤੇ ਜੇਕਰ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਿਕਲਿਆ ਹੈਗਾ ਤੇ ਉਹ ਕੇਵਲ ਆਪਣਾ ਕੰਮ ਕਰੇ ਅਤੇ ਵਾਪਸ ਆਪਣੇ ਘਰ 'ਚ ਪਹੁੰਚੇ। ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਕਿ ਵੀ ਇਹਦਾ ਇਨਫੈਕਸ਼ਨ ਜਿਹੜਾ ਰੇਟ ਹੈਗਾ ਉਹ ਬਹੁਤ ਜ਼ਿਆਦਾ ਹੈਗਾ, ਤੇ ਇਸ ਕਰਕੇ ਹੁਣ ਜਿੱਦਾਂ ਆਪਾਂ ਟ੍ਰੈਂਡ ਵੀ ਦੇਖ ਰਹੇ ਹੈਗੇ ਕਿ ਪਰਿਵਾਰ ਦੇ ਜੇਕਰ ਇੱਕ ਮੈਂਬਰ ਨੂੰ ਹੋ ਗਿਆ ਤੇ ਅਮੂਮਨ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੂੰ ਇਹਦਾ ਜਿਹੜਾ ਹੈਗਾ ਇਨਫੈਕਸ਼ਨ ਹੋ ਰਿਹਾ ਹੈਗਾ, ਤੇ ਕਾਫੀ ਨੁਕਸਾਨ ਵੀ ਜ਼ਿਆਦਾ ਕਰ ਰਿਹਾ ਹੈਗਾ, ਕਾਫੀ ਘੱਟ ਸਮੇਂ 'ਚ ਨੁਕਸਾਨ ਕਰ ਰਿਹਾ। ਤੇ ਡਾਕਟਰ ਸਾਹਿਬ ਤੁਸੀਂ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਵੀ ਆਪਾਂ ਲੋਕਾਂ ਨੂੰ ਦੱਸੀਏ ਕਿ ਵੀ ਜਦੋਂ ਇਨਫੈਕਸ਼ਨ ਹੋ ਰਿਹਾ ਹੈਗਾ ਕਿਸੇ ਬੰਦੇ ਨੂੰ ਤੇ ਉਹਦੇ ਪ੍ਰਾਇਰ ਕੀ ਸਿੰਪਟਮਸ ਹੈਗੇ। ਹੁਣ ਮੰਨ ਲਓ ਮੈਂ ਮਤਲਬ ਗੈਰ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਹੀਂ ਨਿਕਲਦਾ, ਬਟ ਜੇਕਰ ਜ਼ਰੂਰੀ ਕੰਮ ਤੋਂ ਬਾਹਰ ਨਿਕਲਦਾ, ਮੈਂ ਆਪਣੀ ਡਿਊਟੀ ਕਰਦਾ, ਸਾਡੇ ਪੁਲਿਸ ਦੇ ਵੀ ਜਿਹੜੇ ਹੈਗੇ ਕਾਫੀ ਸਾਰੇ ਬੜੀ ਤਾਦਾਦ 'ਚ ਮੁਲਾਜ਼ਮ ਜਿਹੜੇ ਹੈਗੇ ਆਪਣੀ ਡਿਊਟੀ ਦੌਰਾਨ ਪੋਜ਼ਿਟਿਵ ਆ ਰਹੇ ਹੈਗੇ, ਤੇ ਕੀ ਇਹਤਿਆਤ ਵਰਤਣਾ ਚਾਹੀਦਾ ਕਿ ਵੀ ਉਹਨੂੰ ਸਿੰਪਟਮ ਦਾ ਪਤਾ ਲੱਗ ਜਾਵੇ ਤੇ ਉਹ ਨਾਲ ਦੇ ਨਾਲ ਮਤਲਬ ਕਿਸ ਤਰੀਕੇ ਨਾਲ ਟੈਸਟ ਕਰਾ ਕੇ ਆਪਣਾ ਬਚਾਅ ਕਰ ਸਕੇ। सिर्फ बुखार पे नहीं कंसनट्रेट करना चाहिए कि बुखार ही आना है। बुखार कई बार आते बुखार कई बार आते 4-5 दिन लग जाते हैं। जो उन्होंने किसी तरह की कंप्लेंट है जिवें सिर दर्द हो रहा, बॉडी एक्स हो रहा, लत्तां में हाथ दर्द हो रहा, तो ये एहतियात बरतनी चाहिए है। गला खराब है थोड़ा जहा, एहतियात बरतनी चाहिए, पहले दिन ही टेस्ट करवा लें ताकि वो बाकियों को बचाया जा सके। इस नालों आपके सारे परिवार मैंबर, आपके ऑफिसर साहबान जिन्होंने लोग मीटिंग कर रहे हैं उन्होंने बचा सकते। इनीशियल डिटेक्शन सब तो बद इन्फेक्शन स्टेज है, पहले 5 दिन जो तक बुखार नहीं आता, जो आप उससे डिटेक्ट करके उन्होंने रोक लिए तो काफ़ी हद तक इन्फेक्शन रुक सकती। कोई भी कंप्लेंट बेशक वो सिर दर्द है, बेशक वो उल्टी है, बेशक वो बॉडी एक्स है, तो इन्हों प्रॉपरली टेस्ट करना चाहिए। बिल्कुल ठीक है। बहुत ਜ਼ਰੂਰੀ ਸਿੰਪਟਮ ਜਿਹੜੇ ਹੈਗੇ ਉਹ ਡਾਕਟਰ ਸਾਹਿਬ ਨੇ ਦੱਸੇ ਹੈਗੇ ਕਿ ਤੁਹਾਡਾ ਕੋਈ ਬੋਡੀ ਹੈਕ ਹੋਵੇ, ਸਰੀਰ 'ਚ ਦਰਦ ਹੋ ਰਿਹਾ ਹੋਵੇ, ਲੱਤਾਂ ਬਾਹਾਂ ਟੁੱਟਦੀ ਹੋਵੇ, ਤੁਹਾਨੂੰ ਫੀਵਰ ਹੋਵੇ, ਚਾਹੇ ਉਹ ਇੱਕ ਦਿਨ ਦਾ ਵੀ ਫੀਵਰ ਹੋਵੇ, ਉਲਟੀ ਦਸਤ ਹੋ ਰਹੇ ਹੈਗੇ ਜੇਕਰ, ਤੇ ਗਲਾ ਖਰਾਬ ਹੈਗਾ, ਆ ਬੜੇ ਜ਼ਰੂਰੀ ਸਿੰਪਟਮ ਹੈਗੇ ਜਿਹੜੇ ਅਮੂਮਨ ਆਪਾਂ ਮਤਲਬ ਮੌਸਮੀ ਬੁਖਾਰ ਜਾਂ ਮੌਸਮੀ ਫਲੂ ਕਰਕੇ ਆਪਾਂ ਇਗਨੋਰ ਕਰ ਦਿੰਦੇ ਹਾਂ, ਤੇ ਇੱਕ ਡੋਲੋ ਦੀ ਗੋਲੀ ਖਾ ਕੇ ਆਪਾਂ ਨੂੰ ਕੰਫਰਟੇਬਲ ਮਹਿਸੂਸ ਹੋ ਜਾਂਦਾ, ਆਪਾਂ ਨੂੰ ਲੱਗਦਾ ਕਿ ਉਹ ਸੀਗਾ ਮੌਸਮੀ ਬੁਖਾਰ ਸੀਗਾ ਤੇ ਆਪਾਂ ਠੀਕ ਹੋ ਗਏ ਹੈਗੇ। ਹੋ ਸਕਦਾ ਹੈ ਉਹ ਮੌਸਮੀ ਬੁਖਾਰ ਹੋਵੇ, ਬਟ ਇਹਤਿਆਤਨ ਤੇ ਆਪਣੇ ਲੋਕਾਂ ਦੀ ਸੁਰੱਖਿਆ ਵਾਸਤੇ ਆਪਾਂ ਨੂੰ ਜ਼ਰੂਰੀ ਹੈਗਾ ਕਿ ਇਸ ਤਰੀਕੇ ਦਾ ਸਿੰਪਟਮ ਆਉਣ ਸਾਰ ਹੀ ਆਪਾਂ ਆਪਣਾ ਨਜ਼ਦੀਕੀ ਸਵਾਸਥ ਕੇਂਦਰ ਤੇ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਸੰਪਰਕ ਕਰਕੇ ਆਪਣਾ RT-PCR ਟੈਸਟ तुरंत कराइए, सो दैट कि आप टाइम सिर आइसोलेट हो जाइए तो अपने परिवार की तो अपनी कीमती जान को बचा सकिए। तुसी भी कुछ कह रहे थे डॉक्टर साहब? सर मैं टैसटिंग बारे साडे जिहड़े बहुत सत्कारयोग ਜ਼ਿਲ੍ਹਾ ਵਾਸੀ है उन्होंने 2-4 ਗੱਲਾਂ ਕਹਿਣੀਆਂ ਚਾਹਾਂਗਾ। आवाज़ ठीक है ਬਈ ਨੰਬਰ 1 ਤਾਂ ਇੱਕ ਦਿਨ ਦੇ ਬੁਖਾਰ ਨੂੰ ਵੀ ਇਗਨੋਰ ਨਾ ਕਰੋ। ਇੱਕ ਦਿਨ ਦਾ ਬੁਖਾਰ ਵੀ ਹੁੰਦਾ ਹੈ, ਉਹਨੂੰ ਇਹ ਨਾ ਸਮਝੋ ਕਿ ਇਹ ਤੇ ਆਈਸਕ੍ਰੀਮ ਖਾਣ ਨਾਲ ਹੋ ਗਿਆ, ਇਹ ਤੇ ਵਿਆਹ ਜਾਣ ਨਾਲ ਹੋ ਗਿਆ, ਇਹ ਤੇ ਇਦਾਂ ਹੋ ਗਿਆ। ਕਿਰਪਾ ਕਰਕੇ ਅਜਿਹੇ ਬਹਾਨੇ ਨਾ ਬਣਾਓ। ਤੁਹਾਨੂੰ ਇੱਕ ਦਿਨ ਦਾ ਵੀ ਬੁਖਾਰ ਹੁੰਦਾ ਹੈ, ਆਪਣੇ ਨੇੜੇ ਦੇ ਜਿਸ ਡਾਕਟਰ ਕੋਲੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਉਸ ਡਾਕਟਰ ਕੋਲੇ ਜਾਓ, ਉਸ ਡਾਕਟਰ ਦੀ ਗੱਲ ਮੰਨ ਲਓ ਕਿਰਪਾ ਕਰਕੇ। ਉਸ ਡਾਕਟਰ ਤੋਂ ਬਾਰੀ-ਬਾਰੀ ਨਾ ਕਹਾਓ ਕਿ ਟੈਸਟ ਕਰਾਉਣਾ ਕਿਉਂ ਜ਼ਰੂਰੀ ਹੈ। ਤੁਹਾਨੂੰ ਪਹਿਲੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਹਾਲੇ ਵੀ ਕਈ ਪੜ੍ਹੇ ਲਿਖੇ ਬੰਦਿਆਂ ਦੇ ਦਿਮਾਗ 'ਚ ਵੀ ਇਹ ਗੱਲ ਹੈ ਕਿ ਜੇ ਅਸੀਂ ਸਰਕਾਰੀ ਹਸਪਤਾਲ ਟੈਸਟ ਕਰਾਉਣ ਜਾਵਾਂਗੇ ਤਾਂ ਸਾਨੂੰ ਉੱਥੇ ਫੜ ਕੇ ਬਹਾ ਲਿਆ ਜਾਵੇਗਾ, ਜਿਹੜੀ ਕਿ ਹੁਣ ਨਿਕਲ ਜਾਣੀ ਚਾਹੀਦੀ ਹੈ। ਸਰਕਾਰੀ ਹਸਪਤਾਲ ਵਿੱਚ ਤੁਹਾਨੂੰ ਬਹਾ ਕੇ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਸਰਕਾਰ ਦੇ ਵਿੱਚ ਬੰਦੇ ਜਿਹੜੇ ਉੱਥੇ ਬੈਠੇ ਆ ਟੈਸਟ ਕਰਨ ਵਾਲੇ ਸਾਰੇ ਤੁਹਾਡੇ ਸ਼ੁਭਚਿੰਤਕ ਹੈ, ਉਹ ਤੁਹਾਨੂੰ ਟੈਸਟ ਕਰਕੇ ਵਾਪਸ ਭੇਜ ਦੇਣਗੇ। ਕੋਈ ਉੱਥੇ ਤੁਹਾਡੇ ਬਿਠਾਉਣ ਲਈ, ਤੁਹਾਡੇ ਨਾਲ ਜ਼ਬਰਦਸਤੀ ਕਰਨ ਲਈ, ਤੁਹਾਨੂੰ ਤੰਗ ਕਰਨ ਲਈ ਕੁਛ ਨਹੀਂ ਹੈ ਇਹੋ ਜਿਹਾ। ਹੁਣ ਅਸੀਂ ਦਿਮਾਗ 'ਚੋਂ ਕੱਢ ਦਈਏ, ਘਰਾਂ ਦੇ ਘਰ ਖਾਲੀ ਹੋ ਰਹੇ ਨੇ। ਇਹ ਸਮਾਂ ਨਹੀਂ ਹੈ ਇਹੋ ਜਿਹੇ ਵਹਿਮ ਭਰਮ ਵਿੱਚ ਪੈਣ ਦਾ, ਇਹੋ ਜਿਹੇ ਵਹਿਮ ਕਰਨ ਦਾ, ਇਹੋ ਜਿਹੇ ਡਰਨ ਦਾ ਸਮਾਂ ਨਹੀਂ ਹੈ। ਹੁਣ ਤੁਸੀਂ ਕਿਰਪਾ ਕਰਕੇ ਜਦੋਂ ਵੀ ਇੱਕ ਦਿਨ ਦਾ ਵੀ ਕੋਈ ਬੁਖਾਰ, ਇੱਕ ਦਿਨ ਦਾ ਵੀ ਬੋਡੀ ਏਕਸ ਹੁੰਦੇ ਹੈ, ਗਲਾ ਖਰਾਬ ਹੁੰਦਾ ਹੈ, ਦਸਤ ਲੱਗਦੇ ਹੈ, ਉਲਟੀਆਂ ਲੱਗਦੀਆਂ, ਪੇਟ ਖਰਾਬ ਹੁੰਦਾ ਹੈ, ਤਾਂ ਉਸੇ ਵੇਲੇ ਤੁਹਾਡਾ ਮਾਈਂਡ ਸੈੱਟ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਡਾਕਟਰ ਕੋਲ ਜਾਵਾਂਗੇ, ਟੈਸਟ ਕਰਵਾਵਾਂਗੇ। ਅਗਰ ਕਰੋਨਾ ਹੋਏਗਾ ਤਾਂ ਕਰੋਨਾ ਦੀ ਦਵਾਈ ਲਵਾਂਗੇ, ਕਰੋਨਾ ਨਹੀਂ ਹੋਏਗਾ ਤਾਂ ਕਰੋਨਾ ਤੋਂ ਬਿਨਾਂ ਜੋ ਬਿਮਾਰੀ ਹੈ ਉਸ ਚੀਜ਼ ਦੀ ਦਵਾਈ ਲਵਾਂਗੇ। ਐਵੇਂ ਨਾ ਹੋਵੇ ਤੁਸੀਂ 4-5 ਦਿਨ ਵਹਿਮ ਕਰਦੇ ਰਹੋ, ਡਰਦੇ ਰਹੋ, ਉਸ ਵੇਲੇ ਤੱਕ ਤੁਸੀਂ ਕਿਸੇ ਹੋਰ ਰਸਤੇ 'ਤੇ ਚਲੇ ਜਾਓ, ਫਿਰ ਤੁਹਾਨੂੰ ਉਸ ਰਸਤੇ ਤੋਂ ਮੋੜ ਕੇ ਕਰੋਨਾ ਵਾਲੇ ਰਸਤੇ 'ਤੇ ਲਿਆਉਣ 'ਤੇ ਸਾਨੂੰ ਟਾਈਮ ਲੱਗ ਜਾਵੇ ਅਤੇ ਇਹਨਾਂ ਵਿੱਚ ਕੋਈ ਕੀਮਤੀ ਜਾਨ ਚਲੀ ਜਾਵੇ।
ਕਿਰਪਾ ਕਰਕੇ ਟੈਸਟ ਜ਼ਰੂਰ ਕਰਵਾਓ, ਜਲਦੀ ਕਰਵਾਓ। ਜਿੰਨਾ ਜਲਦੀ ਕਰਵਾਓਗੇ ਤੁਸੀਂ ਆਪਣੇ ਆਪ ਨੂੰ ਸੇਫ ਕਰੋਗੇ, ਆਪਣੇ ਪਰਿਵਾਰ ਨੂੰ ਸੇਫ ਕਰੋਗੇ, ਆਪਣੇ ਮਿਲਣ ਵਾਲਿਆਂ ਨੂੰ ਸੇਫ ਕਰੋਗੇ। ਨਹੀਂ ਤਾਂ ਉਨੀ ਦੇਰ ਤੁਸੀਂ ਸਾਰੇ ਆਲੇ ਦੁਆਲੇ ਨੂੰ ਇਨਫੈਕਸ਼ਨ ਦੇ ਹੀ ਜਾਓਗੇ। ਇਹ ਤਾਂ ਹੋ ਸਕਦਾ ਕਿ ਤੁਸੀਂ ਬਚ ਜਾਓ, ਪਰ ਜਿਨ੍ਹਾਂ ਨੂੰ ਤੁਸੀਂ ਇਨਫੈਕਸ਼ਨ ਦਿਓਗੇ ਉਹਨਾਂ ਵਿੱਚੋਂ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਅੱਗੇ ਕਿੰਨਾ ਨੁਕਸਾਨ ਕਰਨਾ ਹੈ। ਸੋ ਟੈਸਟਿੰਗ ਬਹੁਤ ਜ਼ਰੂਰੀ ਹੈ। ਇਹ ਮੈਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਹੁਣ ਅੱਗੇ ਆਓ, ਡਰੋ ਨਾ ਟੈਸਟ ਤੋਂ, ਟੈਸਟ ਕਰਵਾਉਣਾ ਜ਼ਰੂਰੀ ਹੈ। ਆਪਣੇ ਇੱਕ ਸਾਥੀ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ। ਆਪਣੇ ਇੱਕ ਸਾਥੀ ਆਪਾਂ ਨੂੰ ਫੇਸਬੁੱਕ ਪੇਜ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਉਹਦਾ ਗਲਾ ਖਰਾਬ ਹੈਗਾ ਤੇ ਫੀਵਰ ਨਹੀਂ ਹੈਗਾ ਤੇ ਕੀ ਉਹਨੂੰ ਟੈਸਟ ਕਰਾਉਣਾ ਚਾਹੀਦਾ ਤੇ ਨਹੀਂ ਕਰਾਉਣਾ ਚਾਹੀਦਾ ਤੇ ਉਹਦੀ ਕੀ ਦਵਾਈ ਦਿੱਤੀ ਜਾਣੀ ਚਾਹੀਦੀ? ਦੇਖੋ, ਸਾਡੇ ਕੋਲੇ ਸਿਰਫ ਗਲਾ ਖਰਾਬ ਨਾਲ ਘੱਟੋ ਘੱਟ 10% ਪੇਸ਼ੈਂਟ ਅਜਿਹੇ ਆਉਂਦੇ ਆ ਜਿਹੜੇ ਕਰੋਨਾ ਦੇ ਪੇਸ਼ੈਂਟ ਹੁੰਦੇ ਆ। ਜਦੋਂ ਉਹਨਾਂ ਨੂੰ ਬੁਖਾਰ ਹੋਣ ਲੱਗਦਾ ਹੈ ਉਦੋਂ ਤੱਕ ਉਹਨਾਂ ਦੇ ਫੇਫੜੇ ਜਿਹੜੇ ਹੈਗੇ ਆ ਉਹ ਇਨਵੋਲਵ ਹੋ ਜਾਂਦੇ ਆ, ਫੇਫੜਿਆਂ ਦੀ ਸ਼ਿਕਾਇਤ ਸ਼ੁਰੂ ਹੋ ਜਾਂਦੀ ਹੈ। ਸੋ ਬੇਨਤੀ ਹੈ, ਜੇ ਗਲਾ ਖਰਾਬ ਹੈ ਉਹਨੂੰ ਵੀ ਤੁਸੀਂ ਟੈਸਟ ਕਰਾਉਣ ਵਿੱਚ ਤੁਹਾਨੂੰ ਜਿਹੜਾ ਹੈ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਟੈਸਟ ਨਹੀਂ ਹੋਏਗਾ, ਤੁਹਾਨੂੰ ਕਰੋਨਾ ਟੈਸਟ ਨੈਗੇਟਿਵ ਆ ਜਾਏਗਾ, ਤੁਹਾਨੂੰ ਇਸ ਚੀਜ਼ ਤੋਂ ਕੀ ਡਰ ਹੈ? ਤੁਸੀਂ ਨਿਸ਼ਚਿੰਤ ਹੋ ਜਾਓਗੇ। ਅਗਰ ਗਲਾ ਖਰਾਬ ਤੁਹਾਡਾ ਕਰੋਨਾ ਕਰਕੇ ਹੋਏਗਾ ਤਾਂ ਸਮੇਂ ਸਿਰ ਤੁਹਾਡਾ ਇਲਾਜ ਹੋ ਜਾਏਗਾ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਆਹ ਬਹੁਤ ਵਧੀਆ ਗੱਲ ਹੈਗੀ ਕਿ ਤੁਹਾਨੂੰ ਕੋਈ ਛੋਟਾ ਜਿਹਾ ਵੀ ਮਾੜਾ ਜਿਹਾ ਵੀ ਸਿੰਪਟਮ ਲੱਗਦਾ ਹੈਗਾ, ਟੈਸਟ ਕਰਾਉਣ 'ਚ ਕੋਈ ਹਰਜ ਨਹੀਂ ਹੈਗਾ। ਸਾਡੀ ਮੋਬਾਈਲ ਟੀਮਾਂ ਤੇ ਸਾਰੇ ਸਰਕਾਰੀ ਹਸਪਤਾਲਾਂ 'ਚ ਸਟੇਸ਼ਨਰੀ ਟੀਮਾਂ RT-PCR ਟੈਸਟ ਵਾਸਤੇ ਅਵੇਲੇਬਲ ਹੈਗੀ। ਉੱਥੇ ਟੈਸਟ ਕਰਾਇਆ ਜਾ ਸਕਦਾ। ਟੈਸਟ ਸਰਕਾਰ ਵੱਲੋਂ ਮੁਫਤ ਹੈਗਾ। ਤੇ ਟੈਸਟ ਤੋਂ ਜਿਹੜਾ ਇੱਕ ਜਨਰਲ ਇੱਕ ਜਿਹੜਾ ਹੈਗਾ ਉਹ ਮਿਥ ਹੈਗਾ ਕਿ ਜੇਕਰ ਕੋਰੋਨਾ ਨਹੀਂ ਹੈਗਾ ਬਟ ਟੈਸਟ ਕਰਾਉਣ ਮੈਂ ਗਿਆ ਤੇ ਮੈਨੂੰ ਉੱਥੇ ਕੋਰੋਨਾ ਹੋ ਗਿਆ। ਤਾਂ ਇਸ ਤਰੀਕੇ ਦੀ ਕੋਈ ਗੱਲ ਅੱਜ ਤੱਕ ਸਾਹਮਣੇ ਨਹੀਂ ਆਈ ਹੈਗੀ। ਕੋਈ ਬੰਦਾ ਗਿਆ ਹੋਵੇ ਤੇ ਟੈਸਟ ਕਰਾਉਣ ਵੇਲੇ ਉਹ ਇਨਫੈਕਟ ਹੋ ਗਿਆ ਹੋਵੇ। ਟੈਸਟ ਕਰਾਉਣ ਦਾ ਪ੍ਰੋਸੀਜਰ ਬਹੁਤ ਛੋਟਾ ਜਿਹਾ ਪ੍ਰੋਸੀਜਰ ਹੈਗਾ ਤੇ ਉਹ ਵੱਧ ਤੋਂ ਵੱਧ 30 ਸੈਕਿੰਡ ਦਾ ਪ੍ਰੋਸੀਜਰ ਹੈਗਾ। ਹਰ ਬੰਦੇ ਨੂੰ ਟੈਸਟ ਕਰਾਉਣਾ ਚਾਹੀਦਾ। ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਜੇਕਰ ਕੋਰੋਨਾ ਹੈਗਾ ਤੇ ਉਹ ਅਰਲੀ ਡਿਟੈਕਟ ਹੋ ਗਿਆ, ਉਹ ਵੀ ਬਹੁਤ ਵਧੀਆ ਗੱਲ ਹੈਗੀ। ਉਹ ਆਪਣਾ ਇਲਾਜ ਕਰ ਸਕਦਾ, ਆਪਣੇ ਪਰਿਵਾਰ ਨੂੰ ਬਚਾ ਸਕਦਾ ਇਨਫੈਕਸ਼ਨ ਤੋਂ। ਤੇ ਜੇਕਰ ਕੋਰੋਨਾ ਨਹੀਂ ਹੈਗਾ ਤੇ ਉਹ ਆਪਣੀ ਦੂਜੀ ਦਵਾਈ ਲੈ ਲੇਗਾ, ਉਹਦਾ ਸ਼ੱਕ ਸ਼ੁਬਾ ਜਿਹੜਾ ਹੈਗਾ ਉਹ ਦੂਰ ਹੋ ਜਾਏਗਾ। ਇਸ ਕਰਕੇ ਆਪਾਂ ਟੈਸਟ ਤੇ ਜ਼ੋਰ ਦਈਏ, ਵੱਧ ਤੋਂ ਵੱਧ ਟੈਸਟ ਕਰਾਈਏ। ਸੋ ਸਰ ਜੀ ਡਾਕਟਰ, ਜਦੋਂ ਆਪਾਂ ਟੈਸਟ ਕਰਾਉਣ ਜਾਂਦੇ ਆ, ਅਗਰ ਸਾਡੇ ਮਨ 'ਚ ਹੈ ਕਿ ਸਾਨੂੰ ਕਰੋਨਾ ਪਹਿਲੇ ਨਹੀਂ ਹੈ, ਅਸੀਂ ਟੈਸਟ ਕਰਾਉਣ ਜਾਵਾਂਗੇ ਤਾਂ ਉੱਥੇ ਟੈਸਟ ਨਾਲ ਕਰੋਨਾ ਹੋ ਜਾਵੇਗਾ, ਟੈਸਟ ਨਾਲ ਨਹੀਂ ਕਰੋਨਾ ਹੋਏਗਾ। ਅਗਰ ਉੱਥੇ ਜਾ ਕੇ ਤੁਸੀਂ ਆਪਣਾ ਮਾਸਕ ਸਹੀ ਨਹੀਂ ਪਹਿਨਦੇ, ਤੁਸੀਂ ਆਪਣੀ ਬੱਚਤ ਨਹੀਂ ਰੱਖਦੇ, ਤੁਹਾਨੂੰ ਪਤਾ ਨਹੀਂ ਕਿਵੇਂ ਬੱਚਤ ਰੱਖਣੀ ਹੈ, ਆ ਕੇ ਤੇ ਜਾਣ ਵੇਲੇ ਹੱਥ ਨਹੀਂ ਧੋਂਦੇ, ਫਿਰ ਬੇਸ਼ੱਕ ਕਰੋਨਾ ਹੋ ਜੇ, ਪਰ ਇਹ ਨਹੀਂ ਹੈ ਕਿ ਟੈਸਟ ਵਾਲੇ ਤੁਹਾਨੂੰ ਕਰੋਨਾ ਕਰ ਦੇਣਗੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਇੱਕ ਮੈਂ ਸਾਰੇ ਆਪਣੇ ਸਾਥੀ ਜਿਹੜੇ ਆਪਣੇ ਫੇਸਬੁੱਕ ਪੇਜ ਦੇ ਨਾਲ ਜੁੜੇ ਹੋਏ ਹੈਗੇ ਤੇ ਕਾਫੀ ਸਾਰੇ ਮੈਸੇजेस ਆ ਰਹੇ ਹੈਗੇ ਜਿਹੜੇ ਕਹਿ ਰਹੇ ਨੇ ਕਿ ਕੁਝ ਸਿੰਪਟਮ ਦੱਸ ਕੇ ਗਲਾ ਖਰਾਬ ਹੈਗਾ, ਬੁਖਾਰ ਹੈਗਾ ਤੇ ਉਹਦੀ ਦਵਾਈ ਦੱਸੋ। ਆ ਆਪਣਾ ਸੈਸ਼ਨ ਅਵੇਅਰਨੈਸ ਵਾਸਤੇ ਹੈਗਾ। ਆਪਾਂ ਕੇਵਲ ਤੁਹਾਡੇ ਤੁਸੀਂ ਸਿੰਪਟਮ ਦੱਸ ਦਿਓ ਤੇ ਉਹਦੇ ਨਾਲ ਅਸੀਂ ਦਵਾਈ ਦੱਸ ਦਈਏ, ਆ ਪੋਸੀਬਲ ਨਹੀਂ ਹੈਗਾ। ਤੁਸੀਂ ਪਹਿਲਾਂ ਤੁਹਾਨੂੰ ਕੋਈ ਵੀ ਚੀਜ਼ ਹੈਗੀ, ਤੁਸੀਂ ਪਹਿਲਾਂ ਆਪਣਾ ਟੈਸਟ ਕਰਾਓ। ਟੈਸਟ ਕਰਾਉਣ ਤੋਂ ਬਾਅਦ ਹੀ ਕੁਆਲੀਫਾਈਡ ਡਾਕਟਰ ਤੋਂ ਆਪਣਾ ਪ੍ਰਿਸਕ੍ਰਿਪਸ਼ਨ ਲਿਓ, ਉਹਦਾ ਇਲਾਜ ਕਰਾਓ। ਇੱਦਾਂ ਮਤਲਬ ਉਹ ਆਪਣਾ ਸਿੰਪਟਮ ਦੱਸ ਕੇ ਇਲਾਜ ਨਹੀਂ ਕਰਾਉਣਾ ਹੈਗਾ। ਕੋਈ ਵੀ ਛੋਟਾ ਜਿਹਾ ਸਿੰਪਟਮ ਹੈਗਾ ਤੇ ਪਹਿਲਾਂ ਟੈਸਟ ਕਰਾਉਣਾ ਲਾਜ਼ਮੀ ਹੈ, ਜ਼ਰੂਰੀ ਹੈ। ਸਰ ਗਲੇ ਦੀਆਂ ਦਵਾਈਆਂ ਕਈ ਪ੍ਰਕਾਰ ਦੀਆਂ ਦਵਾਈਆਂ ਨੇ। ਜਿੰਨੀ ਦੇਰ ਅਸੀਂ ਡਾਇਗਨੋਸ ਨਹੀਂ ਕਰਦੇ, ਸਸਪੈਕਟ ਨਹੀਂ ਕਰਦੇ ਕਿ ਤੁਹਾਡਾ ਗਲਾ ਖਰਾਬ ਹੋਣ ਦਾ ਕਾਰਨ ਕੀ ਹੈ, ਉਨੀ ਦੇਰ ਜੇ ਅਸੀਂ ਕੋਈ ਦਵਾਈ ਦਿੰਦੇ ਆ ਤਾਂ ਉਹ ਦਵਾਈ ਪਤਾ ਨਹੀਂ ਹੈ ਤੁਹਾਨੂੰ ਸੂਟ ਕਰੇ ਜਾਂ ਨਾ ਕਰੇ, ਜਾਂ ਤੁਹਾਡੀ ਬਿਮਾਰੀ ਵਿੱਚ ਵਾਧਾ ਕਰ ਦੇ। ਬਿਲਕੁਲ ਠੀਕ। ਸਹੀ ਢੰਗ ਨਾਲ ਬਿਨਾਂ ਬਿਮਾਰੀ ਤੋਂ ਵੀ ਤੁਸੀਂ ਕਰੋਨਾ ਨੂੰ 5 ਦਿਨਾਂ 'ਚ ਵੈਸੇ ਜੇ ਕੋਈ ਵੀ ਦਵਾਈ ਨਾ ਲਓਗੇ ਠੀਕ ਹੋ ਜਾਓਗੇ, ਪਰ ਅਗਲੇ 10 ਦਿਨ ਆਪਣੇ ਕੋਈ ਨਾ ਕੋਈ ਹੋਰ ਪਰਿਵਾਰ ਮੈਂਬਰ ਨੂੰ ਪੋਜ਼ਿਟਿਵ ਕਰ ਦਿੰਦੇ। ਇਸ ਕਰਕੇ ਕੋਈ ਵੀ ਕੰਪਲੇਂਟ ਨੂੰ ਇਰੈਗੂਲਰ ਮੈਡੀਸਨ, ਹਰਜੈਂਟ ਮੈਡੀਸਨ ਨਾਲ ਆਪਣੀ ਕੰਪਲੇਂਟ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੋ। ਜੇ ਟੈਸਟ ਨਹੀਂ ਵੀ ਕਰਵਾਇਆ, ਤੁਸੀਂ 5 ਦਿਨ ਦਵਾਈ ਲੈ ਲਈ, ਹੋ ਸਕਦਾ ਕਰੋਨਾ ਹੋਵੇ ਤਾਂ ਵੀ ਠੀਕ ਹੋ ਜਾਵੇ, ਪਰ ਅਗਲੇ 10 ਦਿਨ ਤੱਕ ਤੁਸੀਂ ਆਪਦੇ ਆਫੀਸ਼ੀਅਲ ਵਰਕ ਜਿੱਥੇ ਜਾਂਦੇ ਉੱਥੇ ਵਰਕਰਸ ਨੂੰ ਤੇ ਪਲੱਸ ਆਪਦੇ ਫੈਮਿਲੀ ਮੈਂਬਰਸ ਨੂੰ ਇਨਵੋਲਵ ਕਰ ਦਿਓ। ਇਸ ਕਰਕੇ ਇਨੀਸ਼ੀਅਲ ਸਟੇਜ ਤੇ ਟੈਸਟ ਕਰਨਾ ਬਹੁਤ ਜ਼ਰੂਰੀ ਹੈ, ਬੇਸ਼ੱਕ ਕੋਈ ਵੀ ਕੰਪਲੇਂਟ ਹੋਵੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਤੇ ਹੁਣ ਕੁਝ ਲੋਕ ਪੁੱਛ ਰਹੇ ਨੇ ਕਿ ਮੇਰਾ ਗਲਾ ਖਰਾਬ ਸੀਗਾ, ਮੈਂ ਪੋਜ਼ਿਟਿਵ ਆ ਗਿਆ, ਜਾਂ ਮੈਨੂੰ ਫੀਵਰ ਸੀਗਾ, ਮੈਂ ਟੈਸਟ ਕਰਾਇਆ ਮੈਂ ਪੋਜ਼ਿਟਿਵ ਆ ਗਿਆ, ਜਾਂ ਮੇਰਾ ਬੋਡੀ ਐਕ ਸੀਗਾ, ਮੈਂ ਟੈਸਟ ਕਰਾਇਆ ਤੇ ਮੈਂ ਪੋਜ਼ਿਟਿਵ ਆ ਗਿਆ, ਉਹਦੇ ਇਲਾਜ ਦੇ ਬਾਰੇ ਜਿਹੜਾ ਹੈਗਾ ਮੈਨੂੰ ਕੀ ਦਵਾਈ ਲੈਣੀ ਚਾਹੀਦੀ। ਤੇ ਪਹਿਲਾਂ ਤੋਂ ਮੈਂ ਡਾਕਟਰ ਸਾਹਿਬ ਤੋਂ ਪੁੱਛਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹੈਗਾ ਕਿ ਜਦੋਂ ਤੁਸੀਂ ਪੋਜ਼ਿਟਿਵ ਆ ਗਏ ਹੋ, ਸਰਕਾਰ ਵੱਲੋਂ ਤੁਹਾਨੂੰ 24 ਘੰਟਿਆਂ ਦੇ ਵਿੱਚ ਪਤਾ ਹੈ ਕਿਟ ਦੇ ਨਾਮ ਤੋਂ ਦਵਾਈਆਂ, ਆਕਸੀਮੀਟਰ ਤੇ ਇੱਕ ਪੈਂਪਲੇਟ ਜਿਹਦੇ ਵਿੱਚ ਕਿ ਤੁਸੀਂ ਕੀ ਦਵਾਈਆਂ ਲੈਣੀ, ਕਿੰਨੀ ਦਵਾਈ ਕਦੋਂ ਲੈਣੀ, ਉਹਦੇ ਬਾਰੇ ਦੱਸਿਆ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਤੁਹਾਡੇ ਵਾਈਟਲਸ, ਆਕਸੀਜਨ ਜਿਹੜਾ ਹੈਗਾ ਲੈਵਲ, ਪਲਸ ਜਿਹੜਾ ਹੈਗਾ ਉਹ ਤੁਸੀਂ ਮੋਨੀਟਰ ਕਰਨਾ ਹੁੰਦਾ। ਤੇ ਉਸ 'ਤੇ ਜਿਹੜਾ ਵੇਰੀਏਸ਼ਨ ਆਉਂਦਾ ਉਹਦੇ ਹਿਸਾਬ ਨਾਲ ਫਰਦਰ ਜਿਹੜਾ ਹੈਗਾ
ਉਹ ਟ੍ਰੀਟਮੈਂਟ ਹੁੰਦਾ। ਇੱਕ ਜਨਰਲ ਟ੍ਰੀਟਮੈਂਟ ਜਿਹੜਾ ਹੈਗਾ ਕੋਵਿਡ ਵਾਸਤੇ, ਉਹ ਡਾਕਟਰ ਸਾਹਿਬ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਕਿ ਡਾਕਟਰ ਸਾਹਿਬ ਦੱਸਣ ਕਿ ਡਾਕਟਰ ਸਾਹਿਬ ਜਿਹੜਾ ਫਤਿਹ ਕਿਟ ਹੁੰਦਾ, ਤੁਸੀਂ ਦੇਖਿਆ ਹੋਣਾ ਫਤਿਹ ਕਿਟ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈਗਾ, ਉਹ 'ਚ ਆਕਸੀਮੀਟਰ ਹੁੰਦਾ, ਉਹ 'ਚ ਜਿਹੜਾ ਹੈਗਾ ਆਪਣੇ ਲਿਪਸੀ, ਜ਼ਿੰਕ, ਡੋਲੋ ਤੇ ਇਸ ਤਰੀਕੇ ਦੀ ਜਿਹੜੀ ਉਹ ਆਪਣੀ ਦਵਾਈਆਂ ਹੈਗੀ ਇਮਿਊਨਿਟੀ ਬੂਸਟਰ ਤੇ ਉਹ ਹੁੰਦਾ। ਤੇ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਬਰੀਫ ਕਰ ਦਿਓ ਕਿ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਈਆਂ ਨੂੰ ਕਿਸ ਤਰੀਕੇ ਨਾਲ ਲੈਣਾ ਹੈਗਾ, ਕੀ ਡੋਜ਼ੇਜ ਜਨਰਲੀ ਕੀ ਡੋਜ਼ੇਜ। ਕਿਸੇ ਵੀ ਕਿਟ ਬੇਸਿਕ ਦਵਾਈਆਂ ਹੈ ਜਿਸ ਕਿ ਡਾਕਸੀਸਾਈਕਲਿਨ, ਇਵਰਮੈਕਟਿਨ, ਇਹ ਜਿਹੜੀਆਂ ਦਵਾਈਆਂ 3 ਤੋਂ 5 ਦਿਨ ਤੱਕ ਲੈਣੀਆਂ। ਦੂਸਰੀ ਚੀਜ਼ ਮਾਈਲਡ ਕੇਸਿਸ ਜੇ ਕਿਟ ਇੱਕ ਦਿਨ ਡਿਲੇ ਵੀ ਹੁੰਦੀ ਹੈ, ਉਸ 'ਚ ਕੋਈ ਇਸ਼ੂ ਨਹੀਂ ਹੈ, ਕੋਈ ਵੀ ਇੱਕ ਦਿਨ ਡਿਲੇ ਹੋਗੀ ਟ੍ਰੀਟਮੈਂਟ, ਐਸਾ ਕੁਝ ਨਹੀਂ ਹੈ। ਦੂਸਰਾ ਸਭ ਤੋਂ ਵੱਡੀ ਗੱਲ, ਮੈਜੋਰਿਟੀ ਕੇਸਿਸ ਮਾਈਲਡ ਹੈ। ਜੇ ਕਰੋਨਾ ਪੋਜ਼ਿਟਿਵ ਆਉਂਦਾ ਤਾਂ ਤੁਹਾਨੂੰ ਕੋਈ ਪੈਨਿਕ ਕਰਨ ਦੀ ਲੋੜ ਨਹੀਂ, ਕੌਨਸ਼ੀਅਸ ਰਹਿਣਾ, ਧਿਆਨ ਰੱਖਣਾ ਹੈ। ਬੇਸਿਕਲੀ ਧਿਆਨ ਕਿਸ ਚੀਜ਼ ਦਾ ਰੱਖਣਾ ਹੈ, ਜੇ ਤੁਹਾਡੀ ਆਕਸੀਜਨ ਸੈਚੂਰੇਸ਼ਨ 95% ਤੋਂ ਉੱਪਰ ਹੈ, ਤੁਹਾਨੂੰ 3-4 ਦਿਨਾਂ ਬਾਅਦ ਬੁਖਾਰ ਨਹੀਂ ਹੈ, ਕੋਈ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ। ਬਹੁਤ ਸਾਰੇ ਐਡਮਿਸ਼ਨ ਇਸ ਕਰਕੇ ਹੋ ਰਹੇ ਆ ਪੇਸ਼ੈਂਟ ਦੀ ਟੈਨਸ਼ਨ ਕਰਕੇ। ਇਹ ਨਾ ਸੋਚੋ ਕਿ ਐਡਮਿਸ਼ਨ ਕਰਕੇ, ਧਿਆਨ ਰੱਖਣਾ ਹੈ ਕਿਤੇ ਵੀ ਤੁਹਾਡੀ ਆਕਸੀਜਨ ਫਾਲ ਕਰਦੀ ਹੈ, ਕਿਤੇ ਵੀ ਸ਼ਹਿਰ ਦੇ ਸਾਰੇ ਡਾਕਟਰ ਤੁਹਾਡੇ ਲਈ ਅਵੇਲੇਬਲ ਹੈ, ਕਿਸੇ ਵੀ ਕੰਸਲਟ ਡਾਕਟਰ ਨਾਲ ਫੋਨ 'ਤੇ ਗੱਲ ਕਰ ਸਕਦੇ ਹੋ ਤੇ ਅਨਨੈਸੈਸਰੀ ਐਡਮਿਸ਼ਨ ਤੇ ਵਰਕਲੋਡ ਘਟਾ ਸਕਦੇ। ਕੋਈ ਵੀ ਟੈਸਟ ਦੀ ਲੋੜ ਹੈ, ਬਿਨਾਂ ਕਿਸੇ ਡਾਕਟਰ ਦੀ ਪ੍ਰਸਕ੍ਰਿਪਸ਼ਨ ਤੇ ਟੈਸਟ ਕਰਾਉਣ ਦੀ ਜ਼ਿਆਦਾ ਕੋਈ ਜ਼ਰੂਰਤ ਨਹੀਂ ਹੈ। ਲੋਕ ਬਹੁਤ ਸਾਰੇ CT ਸਕੈਨ ਕਰਾਈ ਜਾਂਦੇ ਆ, HRCT ਕਰਾਈ ਜਾਂਦੇ ਆ। ਕਈ ਵਾਰ ਆਪਾਂ ਉਹਨਾਂ ਸੈਂਟਰਾਂ 'ਤੇ ਵੀ ਇਨਫੈਕਸ਼ਨ ਲੈ ਕੇ ਆ ਰਹੇ ਹਾਂ, ਉੱਥੇ ਵਰਕਲੋਡ ਵਧਾ ਰਹੇ ਹਾਂ, ਉੱਥੇ ਵੀ ਬਹੁਤ ਜ਼ਿਆਦਾ। ਬਿਨਾਂ ਮਤਲਬ ਤੋਂ ਟੈਸਟਾਂ ਦੀ ਕੋਈ ਉਹ ਨਹੀਂ ਹੈ। ਟੈਸਟਾਂ ਦੀ ਲੋੜ ਸਿਰਫ ਬਹੁਤ ਘੱਟ ਲੋਕਾਂ ਨੂੰ ਹੈ, ਜਿਹੜੇ ਹਾਈ ਰਿਸਕ ਹੈ, 60% ਤੋਂ 60 ਸਾਲ ਤੋਂ ਉੱਪਰ ਦੇ ਹੈ, ਸ਼ੂਗਰ ਦੇ ਮਰੀਜ਼ ਹੈ। ਕਈ ਪੇਸ਼ੈਂਟ ਨੂੰ ਪ੍ਰੋਪਰ ਘਰ ਹੀ ਟ੍ਰੀਟ ਕੀਤਾ ਜਾ ਸਕਦਾ ਹੈ ਬਿਨਾਂ ਕਿਸੇ ਟੈਸਟ ਤੋਂ, ਜੇ ਉਹ ਕੌਨਸ਼ੀਅਸ ਹੈ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਤੇ ਮੈਂ ਸੌਰੀ ਤੇ ਡਾਕਟਰ ਸਾਹਿਬ ਜਿਹੜਾ ਆਪਣਾ ਫਤਿਹ ਕਿਟ ਹੈਗਾ, ਉਹ 'ਚ ਬੇਸਿਕ ਟੈਬਲੇਟਸ ਆਪਣੀ ਇਹਨਾਂ ਨੇ ਡੋਲੋ ਸਰਕਾਰ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੈਗੀ, ਲਿਮਸੀ ਹੈਗੀ, ਉਹ 'ਚ ਜ਼ਿੰਕ ਹੈਗੀ, ਉਹ 'ਚ ਵਿਟਾਮਿਨ D ਦਿੱਤਾ ਗਿਆ ਹੈਗਾ, ਉਹ 'ਚ ਟੌਪਸਿਡ ਹੈਗੀ 40 mg, ਉਹ 'ਚ ਇਮਿਊਨਿਟੀ ਪਲੱਸ ਲਿਕੁਇਡ ਉਹ ਦਿੱਤੀ ਗਈ ਹੈਗੀ, ਹਾਂਜੀ ਹਾਂਜੀ, ਮਲਟੀਵਿਟਾਮਿਨ ਸਿਰਪ ਦਿੱਤਾ ਗਿਆ ਹੈਗਾ, ਕੱਪ ਸਿਰਪ ਦਿੱਤਾ ਗਿਆ ਹੈਗਾ, ਬੇਟਾਡਿਨ ਗਾਰਗਲ ਵਾਸਤੇ ਦਿੱਤਾ ਗਿਆ ਹੈਗਾ, ਤੇ ਥਰਮਾਮੀਟਰ ਦਿੱਤਾ ਜਾਂਦਾ, ਸਟੀਮਰ ਦਿੱਤਾ ਜਾਂਦਾ ਤੇ ਪਲਸ ਆਕਸੀਮੀਟਰ ਦਿੱਤਾ ਜਾਂਦਾ। ਉਸ ਤੋਂ ਇਲਾਵਾ ਵੀ ਕੁਝ ਟੋਟਲ 20 ਚੀਜ਼ਾਂ ਜਿਹੜੀ ਹੈਗੀ, ਬਲੂਨ ਐਕਸਰਸਾਈਜ਼ ਵਗੈਰਾ, ਫੇਸ ਮਾਸਕ ਵਗੈਰਾ ਦਿੱਤੇ ਜਾਂਦੇ। ਤੇ ਡੋਲੋ ਤੇ ਵਿਟਾਮਿਨ C ਤੇ ਵਿਟਾਮਿਨ D ਬਾਰੇ ਥੋੜ੍ਹਾ ਜਿਹਾ ਕਹਿਣ ਲਈ ਡਾਕਟਰ ਸਾਹਿਬ ਦੱਸ ਦਿਓ। ਡੋਲੋ ਕਈ ਵਾਰ ਡੋਲੋ ਦੀ ਸ਼ੁਰੂ 'ਚ ਬਿਲਕੁਲ ਘਬਰਾਓ ਨਾ, ਕਈ ਵਾਰ ਡੋਲੋ ਦੀ ਆਪਾਂ ਨੂੰ 6-6 ਘੰਟੇ ਬਾਅਦ ਜ਼ਰੂਰਤ ਪੈਂਦੀ ਹੈ। ਹੋ ਸਕਦਾ ਸ਼ੁਰੂ ਦੇ 5 ਦਿਨ ਆਪਾਂ ਨੂੰ 4 ਤੋਂ 6 ਗੋਲੀਆਂ ਦੀ ਜ਼ਰੂਰਤ ਪਵੇ। ਸਭ ਤੋਂ ਵਧੀਆ ਤਰੀਕਾ ਹੈ ਜ਼ਿਆਦਾ ਡੋਲੋ ਲੈਣ ਲਈ ਗਿੱਲਾ ਕੱਪੜਾ ਫੇਰ ਲਓ ਮੱਥੇ 'ਤੇ, ਪੈਰਾਂ 'ਤੇ, ਪੇਟ 'ਤੇ, ਉਹਦੇ ਨਾਲ ਕਾਫੀ ਹੱਦ ਤੱਕ ਬੁਖਾਰ ਦੇ ਕੇਸਿਸ ਡਾਊਨ ਹੋ ਜਾਂਦੇ। ਇਹ ਜ਼ਰੂਰਤ ਪੈਂਦੀ ਹੈ ਪਹਿਲੇ 5 ਤੋਂ 7 ਦਿਨ। ਫੀਵਰ ਲਈ ਬਿਲਕੁਲ ਵੀ ਪੈਨਿਕ ਨਾ ਕਰੋ। 100 ਫੀਵਰ ਕਾਫੀ ਦਿਨਾਂ ਤੱਕ ਪਰਸਿਸਟ ਕਰਦਾ ਹੈ, ਕਈ ਵਾਰ 7 ਤੋਂ 10 ਦਿਨ ਤੱਕ। ਜੇ 101 ਤੋਂ ਉੱਪਰ ਹੈ, 5-6 ਦਿਨਾਂ ਤੋਂ ਬਾਅਦ ਹੈ, ਫਿਰ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ, ਅਦਰਵਾਈਜ਼ ਕੋਈ ਵੀ ਟੈਸਟ ਦੀ ਜ਼ਰੂਰਤ ਨਹੀਂ ਹੈ। ਵਿਟਾਮਿਨ D ਇਸ ਕਿਟ ਦਿੱਤੀ ਵੀ ਹਫ਼ਤੇ 'ਚ ਇੱਕ ਵਾਰ ਲੈਣਾ। ਡਿਸਾਈਡ ਆਪਣੀ ਡਾਈਟ ਨੂੰ, ਇਹਨਾਂ ਗੋਲੀਆਂ ਤੋਂ ਇਲਾਵਾ ਆਪਣੀ ਡਾਈਟ, ਇਹ ਸਾਰੇ ਇਮਿਊਨੋ ਬੂਸਟਰ ਹੈ। ਆਪਣੇ ਅੱਛੇ ਫਰੂਟਸ, ਆਪਣੀ ਡਾਈਟ, ਆਪਣੀ ਫਿਜ਼ੀਕਲ ਐਕਸਰਸਾਈਜ਼ ਨੂੰ ਕਦੇ ਵੀ ਬੰਦ ਨਾ ਕਰੋ ਡਿਊਰਿੰਗ ਯੂਰ ਇਲਨੈਸ। 10 ਤੋਂ 15 ਮਿੰਟ ਵਾਕ, ਹਮੇਸ਼ਾ ਕ੍ਰੋਨਿਕ ਪੋਜੀਸ਼ਨ ਹੁੰਦੀ ਹੈ, ਉਲਟੇ ਰਹਿ ਕੇ ਪਿੱਛੇ ਫੇਰ ਕਰਕੇ ਜ਼ਿਆਦਾ ਕੋਸ਼ਿਸ਼ ਕਰੋ, ਉਹ ਤੁਹਾਡੀ ਆਕਸੀਜਨੇਸ਼ਨ ਨੂੰ 5 ਤੋਂ 7% ਤੱਕ ਵਧਾ ਦਿੰਦੀ ਹੈ। ਕ੍ਰੋਨਿਕ ਬਹੁਤ ਜ਼ਰੂਰੀ ਹੈ, ਉਲਟੇ ਪੈ ਕੇ ਲੇਟਣਾ। ਕੋਈ ਵੀ ਕੋਵਿਡ ਪੇਸ਼ੈਂਟ ਹੈ, ਜੇ ਸਾਰੇ ਵੀ ਉਲਟਾ ਲੇਟਣ ਦੀ ਆਦਤ ਪਾ ਲੈਣ ਤਾਂ ਕਾਫੀ ਹੱਦ ਤੱਕ ਕੰਪਲੀਕੇਸ਼ਨ ਅਵੋਇਡ ਹੋ ਜਾਏ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਜਿੱਦਾਂ ਦੱਸ ਰਹੇ ਨੇ ਕਿ ਹੁਣ ਆਪਾਂ ਡਾਕਟਰ ਸਾਹਿਬ ਗੱਲ ਕਰਾਂਗੇ, ਨੈਕਸਟ ਜਿਹੜਾ ਮੈਂ ਕੰਪਲੀਟ ਕਰਨ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੈਰੀਅਸ ਸਟੇਜਸ ਕਿੱਦਾਂ ਬੰਦਾ ਟਰੇਸ ਕਰ ਸਕਦਾ। ਬਟ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਕ੍ਰੋਨਿਕ ਪੋਜੀਸ਼ਨ ਬਾਰੇ, ਤੇ ਕ੍ਰੋਨਿਕ ਪੋਜੀਸ਼ਨ ਇੱਕ ਬਹੁਤ ਇੰਪੋਰਟੈਂਟ ਔਰ ਬਹੁਤ ਹੀ ਕ੍ਰਿਟੀਕਲ ਐਕਸਰਸਾਈਜ਼ ਹੈਗੀ ਕੋਵਿਡ ਦੇ ਫਾਈਟ ਦੌਰਾਨ ਜਿਹੜੀ ਕੀਤੀ ਜਾ ਸਕਦੀ ਹੈਗੀ। ਤੇ ਕ੍ਰੋਨਿਕ ਪੋਜੀਸ਼ਨ 'ਚ ਬੰਦਾ ਉਲਟਾ ਲੇਟ ਕੇ ਆਪਣੇ ਫੇਫੜਿਆਂ ਦੇ ਥੱਲੇ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਖਾਲੀ ਥਾਂ ਛੱਡ ਕੇ, ਛਾਤੀ ਦੇ ਥੱਲੇ ਜਿਹੜਾ ਹੈਗਾ 2 ਪਿੱਲੋ ਲਾ ਕੇ, ਆਪਣੀ ਕਮਰ ਦੇ ਥੱਲੇ 2 ਪਿੱਲੋ ਲਾ ਕੇ, ਤੇ ਆਪਣੇ ਪੈਰਾਂ ਦੇ ਥੱਲੇ 2 ਪਿੱਲੋ ਲਾ ਕੇ ਉਲਟਾ ਲੇਟ ਸਕਦਾ। ਉਹਦੇ ਫੇਫੜੇ ਦੀ ਥਾਂ ਉਹਦੇ ਖਾਲੀ ਹੋਣੀ ਚਾਹੀਦੀ, ਉਹਦੇ ਥੱਲੇ ਹੱਥ ਚਲਾ ਜਾਵੇ, ਤੇ ਫਿਰ ਬਾਅਦ 'ਚ ਉਹ ਉਲਟਾ ਲੇਟ ਕੇ ਆਧਾ ਘੰਟਾ ਲੇਟ ਸਕਦਾ, 1 ਘੰਟਾ ਲੇਟ ਸਕਦਾ। ਬਟ ਖਾਸ ਤੌਰ 'ਤੇ ਜਿਨ੍ਹਾਂ ਬੰਦਿਆਂ ਨੂੰ ਮਨਾਹ ਹੈਗੀ, ਉਹ ਹੈਗੇ ਜਿਨ੍ਹਾਂ ਦੇ ਮਤਲਬ ਤੋਂਦ ਹੈਗੀ, ਜਿਹੜੇ ਮਤਲਬ ਉਹਨਾਂ ਨੂੰ ਮਤਲਬ ਜ਼ਿਆਦਾ ਫੈਟੀ ਹੈਗੇ ਬੰਦੇ, ਉਹਨਾਂ ਨੂੰ ਅਲਾਊਡ ਨਹੀਂ ਹੈਗੀ। ਸਪਾਈਨ ਦੀਆਂ ਪ੍ਰੋਬਲਮ, ਜਿਨ੍ਹਾਂ ਨੂੰ ਸਪਾਈਨ ਦੀਆਂ ਪ੍ਰੋਬਲਮ ਹੈਗੀ, ਆ ਜਿਹੜੇ ਪ੍ਰੈਗਨੈਂਟ ਹੈਗੇ, ਉਹਨਾਂ ਨੂੰ, ਜਿਹੜੀ ਲੇਡੀਜ਼ ਵਗੈਰਾ, ਉਹਨਾਂ ਨੂੰ ਅਲਾਊਡ ਨਹੀਂ ਹੈਗੀ। ਉਸ ਤੋਂ ਇਲਾਵਾ ਜਿਹਨਾਂ ਨੂੰ ਕੋਈ ਇਸ਼ੂ ਇਸ ਤਰੀਕੇ ਦਾ ਨਹੀਂ ਹੈਗਾ, ਉਹ ਕੰਫਰਟੇਬਲੀ ਕਰ ਸਕਦੇ, ਉਹਨਾਂ ਨੂੰ ਹੈਗਾ। ਬਟ ਡਾਕਟਰ ਸਾਹਿਬ ਜਿਹੜੇ ਸਭ ਤੋਂ ਜ਼ਰੂਰੀ ਸਵਾਲ ਹੈਗਾ ਆਮ ਆਦਮੀ ਨੂੰ ਜਿਹੜਾ ਹੈਗਾ, ਉਹ ਹੈਗਾ ਕਿ ਹੁਣ ਮੈਂ ਘਰੇ ਬੈਠਾ ਹੈਗਾ, ਕੋਵਿਡ ਹੋ ਗਿਆ ਬੰਦੇ ਨੂੰ, ਕੋਵਿਡ ਹੋਣ ਤੋਂ ਬਾਅਦ ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਮੇਰੀ ਸਿਚੁਏਸ਼ਨ ਸਟੇਬਲ ਚੱਲ ਰਹੀ ਹੈਗੀ ਜਾਂ ਮੇਰੀ ਸਿਚੁਏਸ਼ਨ ਕ੍ਰਿਟੀਕਲ ਦੀ ਵੱਲ ਜਾ ਰਹੀ ਹੈਗੀ,
ਜਾਂ ਮੈਨੂੰ ਕਦੋਂ ਹਸਪੀਟਲ ਜਾਣਾ ਚਾਹੀਦਾ, ਕਦੋਂ ਨਹੀਂ ਜਾਣਾ ਚਾਹੀਦਾ, ਉਹਨੇ ਫੀਵਰ ਤੇ ਆਕਸੀਜਨ ਸੈਚੂਰੇਸ਼ਨ ਲੈਵਲ ਕਿੱਦਾਂ ਮੋਨੀਟਰ ਕਰਨਾ, ਉਹ ਤੁਸੀਂ ਕਾਈਂਡਲੀ 2 ਚੀਜ਼ਾਂ ਬਾਰੇ ਦੱਸੋ। ਜੇ ਤੁਹਾਡੀ ਆਕਸੀਜਨ ਲੈਵਲ 94 ਤੋਂ 95% ਤੋਂ ਉੱਪਰ ਹੈ, ਨਹੀਂ ਫਾਲ ਕਰ ਰਹੀ, ਮੈਜੋਰਿਟੀ ਕੇਸਿਸ ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ। ਦੂਸਰੀ ਚੀਜ਼ ਫੀਵਰ, ਹਾਈ ਗ੍ਰੇਡ ਫੀਵਰ, ਜੇ ਤੁਹਾਨੂੰ ਫੀਵਰ 101 ਲਗਾਤਾਰ ਉਹ ਵੀ 5-7 ਦਿਨਾਂ ਬਾਅਦ ਵੀ ਆ ਰਿਹਾ, ਫਿਰ ਉਹਨੂੰ ਸੀਰੀਅਸਲੀ ਲੈਣਾ। ਤੀਸਰੀ ਚੀਜ਼, ਤੁਹਾਨੂੰ ਕਦੇ ਵੀ ਇਹ ਲੱਗਦਾ ਵੀ ਸਾਹ ਚੜ ਰਿਹਾ, ਰੈਸਪੀਰੇਟਰੀ ਡਿਸਟ੍ਰੈਸ ਹੋ ਰਹੀ ਹੈ ਕਿਸੇ ਚੀਜ਼, ਇੱਕ ਹੁੰਦਾ ਹੈ 6 ਮਿੰਟ ਵਾਕ ਟੈਸਟ, ਉਹ ਜ਼ਰੂਰ ਕਰਕੇ ਦੇਖੋ। 6 ਮਿੰਟ ਵਾਕ ਟੈਸਟ ਦਾ ਮਤਲਬ ਹੈ 6 ਮਿੰਟ ਕਿਤੇ ਵੀ ਤੁਸੀਂ ਫਾਸਟ ਤੁਰ ਲਓ, ਪਲਸ ਆਕਸੀਮੀਟਰ ਉਂਗਲ 'ਤੇ ਲਗਾ ਕੇ ਫਾਸਟ ਪੌੜੀਆਂ ਚੜ੍ਹ ਲਓ, ਇੱਕ ਵਾਰ ਫਾਸਟ ਵਾਕ ਕਰ ਲਓ। ਉਸ ਤੋਂ ਬਾਅਦ ਜੇ ਤੁਹਾਡੀ ਆਕਸੀਜਨ ਸੈਚੂਰੇਸ਼ਨ 5% ਤੋਂ ਜ਼ਿਆਦਾ ਫਾਲ ਕਰਦੀ ਹੈ, ਸਪੋਜ਼ ਕਰੋ ਤੁਹਾਡੀ ਆਕਸੀਜਨ 96 ਸੀ ਪਹਿਲੇ, ਹੁਣ 91 ਰਹਿ ਗਈ, 90 ਰਹਿ ਗਈ, ਤਾਂ ਥੋੜ੍ਹੇ ਕੌਨਸ਼ੀਅਸ ਹੋ ਕੇ ਆਪਾਂ ਨੂੰ HRCT ਵਗੈਰਾ ਕਰਾਉਣਾ ਪੈਂਦਾ, ਤਾਂ ਕਿ ਤੁਹਾਡੇ ਫੇਫੜੇ ਤਾਂ ਨਹੀਂ ਡੈਮੇਜ ਹੋ ਗਈ। ਹੋਰ ਕੰਡੀਸ਼ਨ ਤੁਹਾਨੂੰ ਪ੍ਰੀ ਡਿਸਪੋਜ਼ਿੰਗ ਫੈਕਟਰਸ ਹੈ, ਥੋੜੇ ਕੌਨਸ਼ੀਅਸ ਰਹੋ, ਆਪਣੇ ਡਾਕਟਰ ਨਾਲ ਇਨ ਟੱਚ ਰਹੋ, ਪਰ ਪੈਨਿਕ ਨਹੀਂ ਕਰਨਾ। ਐਸੀਆਂ ਕੰਡੀਸ਼ਨਾਂ ਵੀ ਈਜ਼ੀਲੀ ਕਰੇ ਇੰਪਰੂਵ ਹੋ ਜਾਂਦੀਆਂ ਜੇ ਅਸੀਂ ਥੋੜੇ ਜਿਹੇ ਕੌਨਸ਼ੀਅਸ ਰਹੀਏ। ਇਸ ਸਟੇਜ 'ਤੇ ਥੋੜੇ ਕੌਨਸ਼ੀਅਸ ਹੋਣ ਦੀ ਲੋੜ ਹੈ, ਆਪਾਂ ਨੂੰ ਪ੍ਰੋਪਰ ਟੈਸਟਾਂ ਦੀ ਲੋੜ ਹੈ ਤਾਂ ਕਿ ਅੱਗੇ ਵਾਸਤੇ ਕੋਈ ਕੰਪਲਿਕੇਸ਼ਨਸ ਨਾ ਹੋਣ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ 6 ਮਿੰਟ ਵਾਕ ਟੈਸਟ ਬਹੁਤ ਜ਼ਰੂਰੀ ਹੈਗਾ। ਬਹੁਤ ਸਾਰੇ ਬੰਦੇ ਘਰੇ ਬੈਠੇ ਬੈਠੇ ਕੇਵਲ ਸਿੱਧਾ ਆਕਸੀਮੀਟਰ ਉਂਗਲ 'ਚ ਲਾ ਕੇ ਆਪਣੀ ਆਕਸੀਜਨ ਚੈੱਕ ਕਰੀ ਜਾਂਦੇ, ਬਟ ਉਹਨਾਂ ਨੂੰ ਐਕਚੁਅਲੀ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਆਕਸੀਜਨ ਜਿਹੜਾ ਹੈਗਾ ਫੋਲ ਕਰ ਰਿਹਾ ਹੈ। ਇਸ ਕਰਕੇ ਆਪਣੇ ਜਿੱਥੇ ਆਈਸੋਲੇਟਡ ਹੈਗੇ ਰੂਮ 'ਚ ਜਾਂ ਜਿੱਥੇ ਵੀ ਵੱਖਰੇ ਘਰ 'ਚ ਆਈਸੋਲੇਟਡ ਹੈਗੇ, ਉੱਥੇ 6 ਮਿੰਟ ਤੁਰ ਕੇ ਉਸ ਤੋਂ ਬਾਅਦ ਆਪਣਾ ਆਕਸੀਜਨ ਚੈੱਕ ਕਰਨਾ। ਤੇ ਜੇਕਰ ਉਹ 94 ਤੋਂ ਥੱਲੇ ਆਉਂਦਾ ਹੈਗਾ ਜਾਂ 93 ਜਾਂ 94 more than 95% fall, more than 5% fall, ਹਾਂ ਮਤਲਬ 5% ਫੋਲ ਕਰਦਾ, ਤੇ ਆਪਾਂ 98 ਦਾ ਆਪਾਂ ਕਹਿੰਦੇ ਕਿ 92 ਤੋਂ ਥੱਲੇ ਜੇਕਰ ਉਹ ਆਉਂਦਾ ਹੈਗਾ, ਤੇ ਉਹ ਪੇਸ਼ੈਂਟ ਨੂੰ ਚਿੰਤਾ ਕਰਨ ਦੀ ਲੋੜ ਹੈਗੀ। ਉਹ ਆਪਣੇ ਡਾਕਟਰ ਨਾਲ ਕੰਸਲਟ ਤੁਰੰਤ ਉਹਨੂੰ ਕਰਨਾ ਚਾਹੀਦਾ, ਫੋਨ ਤੇ ਉਹ ਕੰਸਲਟ ਕਰ ਸਕਦਾ। ਅਦਰਵਾਈਜ਼ ਜਿਹੜੇ ਬੰਦੇ ਦੀ ਕੰਡੀਸ਼ਨ ਸਟੇਬਲ ਹੈਗੀ ਤੇ 6 ਮਿੰਟ ਵਾਕ ਤੋਂ ਬਾਅਦ ਵੀ ਉਹਦਾ ਆਕਸੀਜਨ ਲੈਵਲ 92 ਤੋਂ ਉੱਪਰ ਆ ਰਿਹਾ ਹੈਗਾ, ਤੇ ਉਹ ਉਹਨੂੰ ਉਦੋਂ ਤੱਕ ਲੋੜ ਨਹੀਂ ਹੈਗੀ। ਤੇ ਆਕਸੀਜਨ ਕਿੰਨੀ ਵਾਰ ਦਿਨ 'ਚ ਮੇਜਰ ਕਰਨਾ ਚਾਹੀਦਾ ਡਾਕਟਰ? ਹਾਈਲੀ 4 ਤੋਂ 6 ਘੰਟੇ ਬਾਅਦ ਜਦੋਂ ਵੀ ਤੁਸੀਂ ਲੇਟ ਰਹੇ ਹੋ ਜਾਂ ਤੁਹਾਨੂੰ ਕੋਈ ਡਿਸਟ੍ਰੈਸ ਹੋ ਰਹੀ ਹੈ, ਸੌਣ ਵੇਲੇ ਕਰ ਲਓ, ਸਵੇਰ ਉੱਠਣ ਵੇਲੇ ਕਰ ਲਓ, 4 ਤੋਂ 6 ਘੰਟੇ ਬਾਅਦ ਪ੍ਰੋਪਰ ਨਾਈਟ। ਜੋ ਮੈਕਸਿਮਮ ਰੀਡਿੰਗ ਹੈ ਦੈਟ ਇਜ਼ ਦ ਬੈਸਟ ਰੀਡਿੰਗ। ਇਹ ਕਦੇ ਵੀ ਇਹ ਨਾ ਸੋਚੋ ਵੀ ਇਹ ਉਂਗਲ 'ਤੇ ਮੇਰੀ ਇੰਨੀ ਆ ਰਹੀ ਹੈ, ਇੰਨੀ ਆ ਰਹੀ ਹੈ। ਜੋ ਮੈਕਸਿਮਮ ਰੀਡਿੰਗ ਹੈ ਸਟੇਬਲ ਹੋਣ ਤੋਂ ਬਾਅਦ ਦੈਟ ਇਜ਼ ਦ ਬੈਸਟ ਰੀਡਿੰਗ। ਬਿਲਕੁਲ ਵਾਰ-ਵਾਰ ਦੇਖਣ ਨਾਲ ਤੁਸੀਂ ਪੈਨਿਕ ਬਿਲਕੁਲ ਠੀਕ ਹੈ। ਕੋਵਿਡ ਦੇ ਇਲਾਜ 'ਚ ਸਭ ਤੋਂ ਜ਼ਰੂਰੀ ਚੀਜ਼ ਇੱਕ ਆ ਵੀ ਹੈਗੀ ਕਿ ਪੇਸ਼ੈਂਟ ਆਪਣਾ ਪ੍ਰੋਪਰ ਟ੍ਰੀਟਮੈਂਟ ਲਵੇ ਤੇ ਪੈਨਿਕ ਨਾ ਕਰੇ। ਹੁਣ ਜਿਹੜੇ ਹਾਲਾਤ ਵਿਗੜ ਰਹੇ ਨੇ ਉਹ 'ਚ ਮੈਨੂੰ ਲੱਗਦਾ ਕਿ ਪੇਸ਼ੈਂਟ ਦੀ ਤਬੀਅਤ ਵਿਗੜਨ ਦੇ ਨਾਲ ਨਾਲ ਉਹਦਾ ਪੈਨਿਕ ਵੀ ਇੱਕ ਬੜਾ ਰੀਜ਼ਨ ਹੈਗਾ, ਜਿਹਦੇ ਕਰਕੇ ਆਪਾਂ ਸਾਰੀ ਚੀਜ਼ ਦੇਖ ਰਹੇ ਹੈਗੇ ਕਿ ਪੇਸ਼ੈਂਟ ਘਬਰਾ ਜਾਂਦਾ ਤੇ ਉਹ ਪ੍ਰੋਪਰ ਟ੍ਰੀਟਮੈਂਟ ਨਹੀਂ ਲੈ ਪਾ ਰਿਹਾ ਹੈ। ਮੈਂ ਉਸ ਲਈ ਕਹਿਣਾ ਚਾਹਾਂਗਾ ਕਿ ਬੇਸ਼ੱਕ ਇਹ ਸਾਡੀ ਇਸ ਸਦੀ ਦੀ ਸਭ ਤੋਂ ਵੱਡੀ ਕਰੋਪੀ ਹੈ, ਸਾਡੇ ਤੇ ਸਭ ਤੋਂ ਵੱਡੀ ਮਹਾਮਾਰੀ ਹੈ, ਪਰ ਇੱਕ ਗੱਲ ਫਿਰ ਵੀ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਬਈ ਜੇ 100 ਬੰਦੇ ਨੂੰ ਕੋਵਿਡ ਹੁੰਦਾ ਹੈ, ਉਹਨਾਂ ਵਿੱਚੋਂ 80 ਤੋਂ ਵੱਧ ਬੰਦੇ, ਲਗਭਗ 90 ਬੰਦੇ ਜਿਹੜੇ ਆ ਉਹ ਘਰ ਦੇ ਵਿੱਚ ਠੀਕ ਹੋ ਜਾਂਦੇ ਆ। ਅਸੀਂ 90 ਤੋਂ ਵੀ ਇਹ ਨੰਬਰ ਵਧਾ ਸਕਦੇ ਹਾਂ ਅਗਰ ਅਸੀਂ ਜਲਦੀ ਟੈਸਟ ਕਰਵਾ ਲਈਏ, ਆਪਣੇ ਡਾਕਟਰ ਦੇ ਕੰਟੈਕਟ ਦੇ ਵਿੱਚ ਰਹੀਏ, ਤਾਂ ਅਸੀਂ 90 ਤੋਂ ਵੱਧ ਪਰਸੈਂਟੇਜ ਵੀ ਕਰ ਸਕਦੇ ਹਾਂ ਜਿਹੜੀ ਘਰਾਂ ਦੇ ਵਿੱਚ ਹੀ ਠੀਕ ਹੋ ਜਾਏਗੀ। ਬੇਸ਼ੱਕ ਇਹਦੀ ਮੋਰਟੈਲਿਟੀ ਇਸ ਵੇਲੇ 1 ਜਾਂ 2% ਹੈ, 1 ਜਾਂ 2%, ਅਸੀਂ ਉਹਨੂੰ ਵੀ ਖਤਮ ਕਰ ਸਕਦੇ ਹਾਂ ਅਗਰ ਅਸੀਂ ਸਮੇਂ ਸਿਰ ਟੈਸਟ ਕਰਵਾਈਏ, ਸਮੇਂ ਸਿਰ ਆਈਸੋਲੇਟ ਹੋ ਜਾਈਏ, ਅਸੀਂ ਦੂਜਿਆਂ ਨੂੰ ਨਾ ਫੈਲਾਈਏ ਨਾ ਦੂਸਰਿਆਂ ਨੂੰ, ਆਪਣਾ ਟ੍ਰੀਟਮੈਂਟ ਸਮੇਂ ਸਿਰ ਕਰਵਾ ਲਈਏ, ਤਾਂ ਘਰਾਂ ਦੇ ਵਿੱਚ ਠੀਕ ਹੋਣ ਦੀ ਪਰਸੈਂਟੇਜ ਵੀ ਸਾਡੀ ਵੱਧ ਜਾਏਗੀ ਤੇ ਜਿਹੜੀ ਸਾਡੀ ਮੋਰਟੈਲਿਟੀ ਹੈ ਉਹ ਵੀ ਘਟ ਜਾਏਗੀ। ਦੂਸਰੀ ਗੱਲ ਇਹਦੇ ਵਿੱਚ ਕੀ ਹੈ ਕਿ ਪਹਿਲੇ ਅਸੀਂ ਟੈਸਟ ਨਹੀਂ ਕਰਵਾਉਂਦੇ ਟਾਈਮ ਸਿਰ, ਕਿਸੇ ਦੀ ਗੱਲ ਨਹੀਂ ਮੰਨਦੇ, ਜਦੋਂ ਅਸੀਂ ਥੋੜੇ ਸੀਰੀਅਸ ਹੁੰਦੇ ਫਿਰ ਅਸੀਂ ਪੈਨਿਕ ਹੀ ਹੋ ਜਾਂਦੇ ਹਾਂ। ਸੋ ਮੈਂ ਸਾਰੇ ਮਰੀਜ਼ਾਂ ਨੂੰ ਸਾਰਾ ਤੇ ਨਹੀਂ ਕਹਿੰਦਾ ਕਿ ਕੋਵਿਡ ਤੋਂ ਡਰੋ ਨਹੀਂ, ਕੋਵਿਡ ਦੀ ਸਾਵਧਾਨੀ ਰੱਖਣੀ ਸਿੱਖੋ, ਬਿਲਕੁਲ ਨਾ ਡਰੋ, ਵਧੀਆ ਮਾਹੌਲ ਰੱਖੋ। ਮੈਂ ਬੜੇ ਲੋਕਾਂ ਨੂੰ ਕਹਿਣਾ ਕਿ ਘਰ ਜਾ ਕੇ ਤੁਸੀਂ ਅਲੱਗ ਰੂਮ ਦੇ ਵਿੱਚ ਬਹਿ ਕੇ ਟੀਵੀ ਲਗਾਓ, ਆਪਣੇ ਮਨਪਸੰਦ ਦੇ ਗਾਣੇ ਸੁਣੋ, ਨਹਾਓ ਧੋਵੋ, ਬਿਲਕੁਲ ਫਿਕਰ ਨਾ ਕਰੋ, ਇੱਧਰ ਉੱਧਰ ਆਪਣੇ ਆਪ ਨੂੰ ਬਿਜ਼ੀ ਰੱਖੋ, ਪਰ ਦੂਜਿਆਂ ਤੋਂ ਆਈਸੋਲੇਟ ਰੱਖੋ। ਜਿੰਨਾ ਤੁਸੀਂ ਪੈਨਿਕ ਕ੍ਰੀਏਟ ਕਰੋਗੇ ਉਨੀ ਜ਼ਿਆਦਾ ਜਿਹੜੀ ਹੈ ਤੁਹਾਡੀ ਪ੍ਰੋਬਲਮ ਵਧੇਗੀ। ਸੋ ਬਿਲਕੁਲ ਨਹੀਂ ਡਰਨਾ, ਬਿਲਕੁਲ ਨਹੀਂ ਘਬਰਾਉਣਾ, ਪੈਨਿਕ ਨਹੀਂ ਕਰਨਾ, ਦੂਸਰਿਆਂ ਨੂੰ ਨਹੀਂ ਫੈਲਾਉਣਾ, ਇਹ ਸਭ ਤੋਂ ਜ਼ਰੂਰੀ ਗੱਲ ਹੈ। ਤੀਸਰੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਸਾਡੇ IMA ਦੇ ਡਾਕਟਰਸ ਹੈਗੇ ਆ, ਅਸੀਂ ਸਾਰੇ, ਤੁਸੀਂ ਕਿਸੇ ਨਾ ਕਿਸੇ ਡਾਕਟਰ ਨਾਲ ਸਾਰੇ ਬੰਦੇ ਤੁਸੀਂ ਜੁੜੇ ਹੋਏ ਹੋ, ਅਸੀਂ ਇਸ ਵੇਲੇ ਫੋਨ ਤੇ ਬਿਲਕੁਲ ਫ੍ਰੀ ਸਰਵਿਸਿਜ਼ ਦੇ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ। ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ, ਸੇਫ ਰਹੋ, ਸਾਨੂੰ ਜਿੰਨੇ ਵਾਰੀ ਮਰਜ਼ੀ ਜਦੋਂ ਮਰਜ਼ੀ ਆਪਣਾ ਫੋਨ ਕਰੋ, ਕੋਈ ਵੀ ਪ੍ਰੋਬਲਮ ਤੁਹਾਨੂੰ ਹੈ ਸਾਨੂੰ ਪੁੱਛੋ। ਅਸੀਂ ਫੋਨ ਤੇ ਇਸ ਵਾਰੀ ਤੁਹਾਨੂੰ ਟੈਸਟ ਵੀ ਦੱਸ ਰਹੇ ਹਾਂ, ਫੋਨ ਤੇ ਟ੍ਰੀਟਮੈਂਟ ਵੀ ਦੱਸ ਰਹੇ ਹਾਂ, ਫੋਨ ਤੇ ਤੁਹਾਡਾ ਜਿਹੜਾ ਹੈ ਮੋਨੀਟਰਿੰਗ ਵੀ ਕਰ ਰਹੇ ਹਾਂ, ਫੋਨ ਤੇ ਤੁਹਾਡੀ ਐਡਮਿਸ਼ਨ ਵੀ ਕਰਵਾ ਰਹੇ ਹਾਂ। ਅਸੀਂ ਐਵਰੀ ਸਰਵਿਸਿਜ਼ ਜਿਹੜੀ ਹੈਗੀ ਹੈ ਉਹ ਤੁਹਾਨੂੰ ਫੋਨ ਤੇ ਦੇ ਰਹੇ ਹਾਂ।
ਸੋ ਕਿਰਪਾ ਕਰਕੇ ਪੈਨਿਕ ਨਾ ਕ੍ਰੀਏਟ ਕਰੋ, ਅਸੀਂ ਤੁਹਾਡੇ ਨਾਲ ਹਾਂ, 24 ਘੰਟੇ ਤੁਹਾਡੇ ਨਾਲ ਹਾਂ। ਇਹ ਐਸ਼ੋਰੈਂਸ ਤੁਹਾਨੂੰ ਮੈਂ ਦਿੰਦਾ ਸਾਡੇ ਡਾਕਟਰਸ ਵੱਲੋਂ। ਮੈਂ ਤੁਹਾਨੂੰ ਆਪਣੇ ਵੱਲੋਂ ਦੱਸਾਂ, ਮੈਂ ਇਸ ਵੇਲੇ 100 ਤੋਂ ਉੱਪਰ ਪੇਸ਼ੈਂਟ ਜਿਹੜੇ ਹੈਗੇ ਆ ਡੇਲੀ ਫੋਨ ਦੇ ਉੱਤੇ ਮੋਨੀਟਰ ਕਰਦਾ। ਸਵੇਰੇ 6 ਵਜੇ ਮੇਰਾ ਇਹ ਕੰਮ ਸ਼ੁਰੂ ਹੋ ਜਾਂਦਾ ਹੈ, ਰਾਤ ਨੂੰ 11-12 ਵਜੇ ਤੱਕ ਮੇਰਾ ਇਹ ਕੰਮ ਚੱਲਦਾ ਰਹਿੰਦਾ ਹੈ ਕਿ ਕਿਸੇ ਦੇ ਟੈਸਟ ਆ ਗਏ, ਕਿਸੇ ਦੀ ਰਿਪੋਰਟ ਆਈ, ਕਿਸੇ ਨੂੰ ਮੈਂ ਕੁਝ ਦੱਸਣਾ ਹੈ, ਕਿਸੇ ਨੂੰ ਮੈਡੀਸਨ ਦੱਸਣੀ ਹੈ, ਕਿਸੇ ਨੂੰ ਖਾਣਾ ਪੀਣਾ ਦੱਸਣਾ ਹੈ। ਸੋ ਅਸੀਂ ਤੁਹਾਡੇ ਨਾਲ ਹਾਂ ਇਸ ਮਾੜੇ ਟਾਈਮ ਦੇ ਵਿੱਚ, ਪਰ ਤੁਸੀਂ ਆਪਣੀ ਡਿਊਟੀ ਨਿਭਾਓ। ਤੁਹਾਡੀ ਡਿਊਟੀ ਇਹ ਹੈ ਸਮੇਂ ਸਿਰ ਟੈਸਟ ਕਰਵਾਓ ਤਾਂ ਜੋ ਕਿ ਦੂਸਰਿਆਂ ਨੂੰ ਨਾ ਫੈਲੇ ਔਰ ਪੈਨਿਕ ਕ੍ਰੀਏਟ ਨਾ ਹੋ। ਇੱਕ ਡਾਕਟਰ ਸਾਹਿਬ ਇੱਕ ਸਵਾਲ ਹੈਗਾ ਆਪਣੇ ਸਾਥੀ ਜਿਹੜੇ ਜੁੜੇ ਹੋਏ ਹੈਗੇ ਉਹਨਾਂ ਤੋਂ ਹੈਗਾ, ਤੇ ਚਲੋ ਉਹਦੇ ਬਾਰੇ ਆਪਾਂ ਕਮੈਂਟ ਤੋਂ ਉੱਦਾਂ ਤੋਂ ਪੇਸ਼ੈਂਟ ਦੀ ਕੰਡੀਸ਼ਨ ਦੇ ਅਨੁਸਾਰ ਹੀ ਦੇ ਸਕਦੇ ਹਾਂ, ਬਟ ਫਿਰ ਵੀ ਇੱਕ ਜਨਰਲ ਕਈ ਵਾਰ ਕਹਿੰਦੇ ਕਿ ਰੈਮਡੇਸਿਵਿਰ ਜਿਹੜਾ ਹੈਗਾ ਉਹੀ ਇਸ ਬਿਮਾਰੀ ਦਾ ਇਲਾਜ ਹੈਗਾ ਤੇ ਉਹਦੇ ਇਲਾਵਾ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ। ਉਹਦੇ ਬਾਰੇ ਥੋੜਾ ਜਨਰਲ ਇੱਕ ਕਮੈਂਟ, ਮਤਲਬ ਆਪਾਂ ਆ ਵੀ ਨਹੀਂ ਕਹਿ ਸਕਦੇ ਕਿ ਵੀ ਕੀ ਹੈਗਾ, ਬਟ जो रेमडेसिविर है इट्स नॉट ए स्पेसिफिक ड्रग वन थिंग। ये कोई भी ऐसा नहीं है कि मोर्टैलिटी बढ़ाती है, तो डेथ रेट ये बिल्कुल नहीं घटाती है। डेथ रेट का कोई असर नहीं, ये सिर्फ जो है थोड़े सिम्पटम में इंप्रूव कर सकती है, थोड़ा हॉस्पिटल स्टे घट सकता है 1-2 दिन में जो भी है। जितने निमोनाइटिस है जो नहीं अवेलेबल तो कोई ये नहीं है कि देनी है, ऐसा कुछ भी नहीं है। रेमडेसिविर दूसरी चीज़ रेमडेसिविर का रोल फर्स्ट इनिशियल स्टेजेस से है, उस तो बाद इसका कोई रोल नहीं है। स्पेसिफिक जो हाइपोक्सिया होया है घटी भी है फिर जरूरत है, अदरवाइज इसमें कोई ज़्यादा एडेड बेनिफिट नहीं है कि किसी को रेमडेसिविर नहीं मिल रहा तो कोरोना का प्रॉपर इलाज नहीं हो गया, ऐसा कुछ भी थ्योरी नहीं है। बिल्कुल ठीक है डॉक्टर साहब। एक डॉक्टर साहब एक नवा सिम्पटम देखने च आया है हैप्पी हाइपोक्सिया। हैप्पी हाइपोक्सिया बड़ा चल रहा है, लोगों को पता ही नहीं चल रहा मतलब कि भी ਉਹਦੇ ਨਾਲ ਕੀ ਚੱਲ ਰਿਹਾ ਹੈਗਾ, ਉਹਦੇ ਬਾਰੇ ਥੋੜਾ ਦੱਸੋ ਕਿ ਕੀ ਹੈਪੀ ਹਾਈਪੋਕਸੀਆ ਦੇ ਸਿੰਪਟਮਸ ਹੈ। ਸਰ ਮੈਂ ਦੱਸਦਾ, ਮੈਂ ਕੱਲ ਇੱਕ ਪੇਸ਼ੈਂਟ ਦੇਖਿਆ, ਤੁਸੀਂ ਸਾਰੇ ਹੈਰਾਨ ਹੋਵੋਗੇ, ਉਹਦੀ ਸੈਚੂਰੇਸ਼ਨ 36% ਸੀ ਐਂਡ ਹੀ ਵਾਸ ਸਿਟਿੰਗ ਕੰਫਰਟੇਬਲੀ ਬਿਫੋਰ ਮੀ। ਦਿਸ ਇਜ਼ ਨੋਨ ਐਜ਼ 30% ਤੇ ਮਤਲਬ ਉਹ ਕੰਫਰਟੇਬਲ ਸੀਗਾ, ਬੈਠਾ ਸੀ। ਉਹ ਕਹਿੰਦਾ ਜਦੋਂ ਮੈਂ ਤੁਰਦਾ ਉਦੋਂ ਮੇਰਾ ਸਾਹ ਚੜਦਾ ਹੈ, ਜਦੋਂ ਮੈਂ ਤੁਹਾਡੇ ਅੱਗੇ ਬੈਠਾ ਮੈਂ ਠੀਕ ਹਾਂ। ਦਿਸ ਇਜ਼ ਨੋਨ ਐਜ਼ ਹੈਪੀ ਹਾਈਪੋਕਸੀਆ। ਹੈਪੀ ਹਾਈਪੋਕਸੀਆ ਮੀਨਸ ਤੁਸੀਂ ਹਾਈਪੋਕਸੀਆ ਤੋਂ ਸਫਰ ਕਰ ਰਹੇ ਹੋ ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਹਾਈਪੋਕਸੀਆ ਤੋਂ ਸਫਰ ਕਰ ਰਹੇ ਹੋ। ਹਾਈਪੋਕਸੀਆ ਦਾ ਮਤਲਬ ਪੰਜਾਬੀ 'ਚ ਹੁੰਦਾ ਤੁਹਾਡੀ ਆਕਸੀਜਨ ਦੀ ਮਾਤਰਾ ਤੁਹਾਡੇ ਸਰੀਰ 'ਚ ਘਟ ਰਹੀ ਹੈ। ਇਹ 36% ਵਾਲਾ ਤਾਂ ਕੱਲ੍ਹ ਹੀ ਦੇਖਿਆ ਮੈਂ ਕੇਸ, ਅਦਰਵਾਈਜ਼ 70% 80% 'ਤੇ ਤਾਂ ਅਸੀਂ ਰੋਜ਼ ਹੀ ਦੇਖਦੇ ਹਾਂ। ਲੋਕੀ ਆਰਾਮ ਨਾਲ ਕੰਫਰਟੇਬਲੀ ਸਾਡੇ ਕੋਲੇ ਆ ਕੇ ਬਹਿੰਦੇ ਨੇ, ਉਹਨਾਂ ਦਾ 70-80% ਹੁੰਦਾ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੀ ਸੈਚੂਰੇਸ਼ਨ ਇੰਨੀ ਘੱਟ ਹੈ। ਦਿਸ ਇਜ਼ ਨੋਨ ਐਜ਼ ਹੈਪੀ ਹਾਈਪੋਕਸੀਆ। ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਪ੍ਰੈਕਟੀਕਲ ਐਗਜ਼ਾਮਪਲ ਨਾਲ ਦੱਸਿਆ ਕਿ ਆਹ ਬਹੁਤ ਜ਼ਰੂਰੀ ਹੋ ਗਿਆ, ਇਸ ਕਰਕੇ ਜਿਸ ਤਰੀਕੇ ਨਾਲ ਐਗਜ਼ਾਮਪਲ ਦਿੱਤਾ ਡਾਕਟਰ ਸਾਹਿਬ ਨੇ ਕਿ ਇਹਦਾ ਮਤਲਬ ਆ ਹੋ ਗਿਆ ਕਿ ਲੋਕ ਆਪਣੀ ਆਕਸੀਜਨ ਪ੍ਰੋਪਰ ਤਰੀਕੇ ਨਾਲ ਚੈੱਕ ਹੀ ਨਹੀਂ ਕਰ ਰਹੇ ਹੈਗੇ। ਤੇ ਇਸ ਕਰਕੇ ਮੇਰੀ ਸਾਰਿਆਂ ਤੋਂ ਬੇਨਤੀ ਹੈਗੀ ਕਿ ਇੱਕ ਤੋਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈਗੀ, ਸਰਕਾਰ ਨੇ ਵੀ ਮੁਹਿੰਮ ਕੀਤੀ, ਅਸੀਂ ਵੀ ਮੁਹਿੰਮ ਕੀਤੀ, ਕੁਝ ਲੋਕਾਂ ਨੇ ਵੀ ਮਾਨਸੇ 'ਚ ਲਿਆ ਕੇ ਆਪਣੇ ਜਿਹੜੇ ਆਕਸੀਮੀਟਰ ਪਹਿਲਾਂ ਤੋਂ ਸਰਕਾਰ ਨੇ ਫਤਿਹ ਕਿੱਟਾਂ 'ਚ ਵੱਖ-ਵੱਖ ਬੰਦਿਆਂ ਨੂੰ ਜਿਹੜੇ ਕੋਵਿਡ ਤੋਂ ਪ੍ਰਭਾਵਿਤ ਸੀਗੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀਗੇ, ਬਟ ਉਹਨਾਂ ਕੋਲੇ ਹੁਣ ਉਹ ਜਿਹੜੇ ਆਕਸੀਮੀਟਰ ਹੈਗੇ ਉਹ ਫ੍ਰੀ ਹੈਗੇ, ਕਿਸੇ ਕੰਮ ਨਹੀਂ ਆ ਰਹੇ ਹੈਗੇ। ਉਹ ਜ਼ਰੂਰ ਆਪਣੇ ਨਾਲ ਦੇ ਬੰਦੇ ਨਾਲ ਸਾਂਝਾ ਕਰ ਸਕਦੇ ਆਕਸੀਜਨ ਲੈਵਲ ਉਹਦਾ ਚੈੱਕ ਕਰਨ ਵਾਸਤੇ। ਤੇ ਜਿਹੜੇ ਵੀ ਬੰਦੇ ਨੂੰ ਹਲਕਾ ਜਿਹਾ ਵੀ ਸਿੰਪਟਮ ਲੱਗਦਾ ਉਹਨੂੰ ਡੇਲੀ ਜ਼ਰੂਰ ਆਪਣਾ ਆਕਸੀਜਨ ਲੈਵਲ ਚੈੱਕ ਕਰਨਾ ਚਾਹੀਦਾ। ਤੇ ਨਾਲ ਜਿਹਨੂੰ ਕੋਵਿਡ ਕਨਫਰਮ ਹੋ ਗਿਆ ਹੈਗਾ ਉਹਨੂੰ ਤਾਂ ਆਪਣਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ 4 ਘੰਟੇ ਬਾਅਦ 6 ਮਿੰਟ ਦੀ ਵਾਕ ਕਰਨ ਤੋਂ ਬਾਅਦ ਆਪਣਾ ਆਕਸੀਜਨ ਲੈਵਲ ਚੈੱਕ ਕਰਨਾ ਚਾਹੀਦਾ। ਤੇ ਜੇਕਰ ਉਹ 90-92 ਤੋਂ ਥੱਲੇ ਆਉਂਦਾ ਹੈਗਾ ਤੇ ਉਹਨੂੰ ਤੁਰੰਤ ਆਪਣੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਕੋਈ ਇਹ ਨਹੀਂ ਹੈ ਵੀ ਉਹਨੂੰ ਕੋਈ ਸਾਹ ਚੜੇ ਤਾਂ ਹੀ ਉਹਨੇ ਅਪਰੋਚ ਕਰਨਾ ਡਾਕਟਰ ਨੂੰ। ਬਿਲਕੁਲ ਹੈਪੀ ਹਾਈਪੋਕਸੀਆ ਪੇਸ਼ੈਂਟ ਬਿਲਕੁਲ ਠੀਕ ਠਾਕ ਰਹਿੰਦਾ ਹੈ, ਉਹਨੂੰ ਕੋਈ ਤਕਲੀਫ ਨਹੀਂ, ਉਹ ਤੁਰਿਆ ਫਿਰ ਰਿਹਾ ਹੁੰਦਾ। ਪਰ ਜੇ ਉਹਦੀ ਆਕਸੀਜਨ ਘਟ ਰਹੀ ਹੈ 90-92 ਜਾਂ 90 ਤੋਂ ਜ਼ਿਆਦਾ ਘਟ ਰਹੀ ਹੈ, ਉਹਨੂੰ ਤੁਰੰਤ ਆਪਣੇ ਕੰਸਰਨ ਡਾਕਟਰ ਨਾਲ ਕੰਟੈਕਟ ਕਰਨਾ, ਕਿਉਂਕਿ ਉਹਦੇ ਸਡਨਲੀ ਕੋਲੈਪਸ ਕਰਨ ਸਡਨ ਡੈਥ ਜਿਹੜੀ ਆਪਾਂ ਮਤਲਬ ਤੁਸੀਂ ਕਹਿਣਾ ਚਾਹ ਰਹੇ ਹੋ ਜਿਹੜੀ ਆਪਾਂ ਡੈਥ ਦੇਖ ਰਹੇ ਹੈਗੇ ਇੱਕਦਮ ਬੰਦਾ ਠੀਕ ਸੀਗਾ, ਕੰਫਰਟੇਬਲ ਸੀਗਾ ਤੇ ਫਿਰ ਇੱਕਦਮ ਕੋਲੈਪਸ ਕਰ ਗਿਆ, ਉਹ 'ਚ ਹੈਪੀ ਹਾਈਪੋਕਸੀਆ ਦੇ ਵੀ ਇੱਕ ਰੀਜ਼ਨ ਹੋ ਸਕਦੇ ਨੇ, ਮਤਲਬ ਉਹਦੇ ਕਰਕੇ ਵੀ ਬੰਦੇ ਦੀ ਇਸ ਤਰੀਕੇ ਦੀ ਡੈਥ ਹੋ ਸਕਦੀ ਹੈ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਇੱਕ ਆਪਣੇ ਸਾਥੀ ਪੁੱਛ ਰਹੇ ਨੇ ਕਿ ਜੇਕਰ ਬੰਦਾ ਕੋਰੋਨਾ ਤੋਂ ਠੀਕ ਹੋ ਗਿਆ ਤੇ ਉਹਨੇ ਆਪਣਾ 17 ਦਿਨ ਦਾ 20 ਦਿਨ ਦਾ ਪ੍ਰੋਟੋਕੋਲ ਪੂਰਾ ਕਰ ਲਿਆ ਤੇ ਉਹ ਸਿਹਤਯਾਬ ਹੋ ਗਿਆ ਹੈਗਾ, ਕਿ ਉਸ ਤੋਂ ਬਾਅਦ 'ਚ ਵੀ ਉਹਨੇ ਆਪਣੇ ਦਵਾਈਆਂ ਜਾਰੀ ਰੱਖਣੀ ਚਾਹੀਦੀ ਤੇ ਕਿੰਨੇ ਦਿਨ ਤੱਕ ਜਾਰੀ ਰੱਖਣੀ ਚਾਹੀਦੀ, ਮਤਲਬ ਕੀ ਧਿਆਨ ਰੱਖਣਾ ਚਾਹੀਦਾ, ਵਾਈਟਲਸ ਕਦੋਂ ਤੱਕ ਉਹਨੇ ਮੋਨੀਟਰ ਕਰਨੀ ਚਾਹੀਦੀ? ਦੇਖੋ ਸਰ, ਉਸ ਤੋਂ ਪਿੱਛੋਂ ਦਵਾਈਆਂ ਜਾਰੀ ਰੱਖਣ ਦੀ ਕੋਈ ਬਹੁਤ ਲੰਬੀ ਚੌੜੀ ਲੋੜ ਨਹੀਂ ਹੁੰਦੀ। ਉਸ ਤੋਂ ਪਿੱਛੋਂ ਸਿਰਫ ਉਹਨੇ ਇਮਿਊਨਿਟੀ ਬੂਸਟਰਸ ਲੈਣੇ ਹੈ, ਐਕਸਰਸਾਈਜ਼ ਕਰਨੀ ਹੈ, ਪ੍ਰਾਣਾਯਾਮ ਕਰਨਾ ਹੈ, ਬਰੀਥਿੰਗ ਐਕਸਰਸਾਈਜ਼ਸ ਕਰਨੀਆਂ ਨੇ। ਉਸ ਤੋਂ ਪਿੱਛੋਂ ਉਹਨੇ ਰੀਇਨਫੈਕਸ਼ਨ ਤੋਂ ਬਚਣਾ ਹੈ, ਆਪਣੇ ਆਪ ਨੂੰ ਉਹੀ ਤਿੰਨੋਂ ਸਾਧਨਾਂ ਰਾਹੀਂ ਦੁਬਾਰਾ ਇਨਫੈਕਸ਼ਨ ਨਾ ਹੋਵੇ ਉਹਨੇ ਇਹ ਬਚਤ ਰੱਖਣਾ, ਆਪਣੇ ਆਪ ਨੂੰ ਵੈਕਸੀਨੇਸ਼ਨ ਕਰਵਾਉਣੀ। ਇੱਕ ਚੀਜ਼
ਬ੍ਰਿਸਕ ਵਾਕ ਇਜ਼ ਵੈਰੀ ਇੰਪੋਰਟੈਂਟ। ਜਦੋਂ ਉਹ ਰਿਕਵਰ ਕਰ ਜਾਂਦਾ ਹੈ, ਲੰਗਸ ਤੇ ਕਈ ਵਾਰ ਉਹਦਾ ਸੀਟੀ ਹੋਇਆ ਵੀ ਨਹੀਂ ਹੁੰਦਾ, ਲੰਗਸ ਤੇ ਇਫੈਕਟ ਕਰਦਾ ਹੀ ਕਰਦਾ ਹੈ। ਹਰ ਪੇਸ਼ੈਂਟ ਦੇ ਕੁਝ ਹੱਦ ਤੱਕ ਲੰਗਸ ਤੇ ਇਫੈਕਟ ਕਰਦਾ ਹੈ। ਇਸ ਕਰਕੇ ਉਹਨੂੰ ਇੱਕ ਬ੍ਰਿਸਕ ਵਾਕ ਕਹਿੰਦੇ ਆ, ਤੇਜ਼ ਤੁਰਨ ਦੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਲੰਗਸ ਦੀ ਫਾਈਬਰੋਸਿਸ ਹੋਣ ਦਾ ਬਹੁਤ ਡਰ ਹੈ, ਜਿਹੜੀ ਕਿ ਪਰਮਾਨੈਂਟ ਹੈ। ਕੋਈ ਵੀ ਲੰਗਸ ਦਾ ਜ਼ਖਮ ਹੈ ਜੋ ਹੀਲ ਕਰੇਗਾ ਤਾਂ ਫਾਈਬਰੋਸਿਸ ਕਰਕੇ ਜਾਏਗਾ। ਜਿੰਨੀ ਜ਼ਿਆਦਾ ਰਿਕਵਰੀ ਉਹਦੀ ਪਹਿਲੇ 6 ਹਫ਼ਤੇ 'ਚ ਹੋਗੀ, ਉਹ ਰਿਮਾਰਕੇਬਲ ਰਿਕਵਰੀ ਹੁੰਦੀ ਹੈ ਜੇ ਉਹ ਲੇਜ਼ੀਨੈਸ ਛੱਡ ਕੇ ਆਪਣੀ ਫਾਸਟ ਐਕਸਰਸਾਈਜ਼ ਕਰੇ। ਮਤਲਬ ਐਕਸਰਸਾਈਜ਼ ਵਿੱਚ ਜਿਹੜਾ ਬੰਦਾ ਸਿਹਤਯਾਬ ਹੋ ਗਿਆ, ਉਹਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਆਪਣੀ ਵਾਕ ਸਭ ਤੋਂ ਪਹਿਲੀ ਐਕਸਰਸਾਈਜ਼ ਵਾਕ ਕਰੇ, ਬੋਡੀ ਨੂੰ ਜ਼ਿਆਦਾ ਬਰਡਨ ਨਾ ਕਰੇ, ਬਟ ਉਹ ਬ੍ਰਿਸਕ ਵਾਕ ਮਤਲਬ ਥੋੜਾ ਤੇਜ਼ ਤੁਰ ਕੇ ਜਿਹੜੀ ਐਕਸਰਸਾਈਜ਼ ਹੈਗੀ ਉਸ ਤੋਂ ਸ਼ੁਰੂ ਕਰੇ, ਤੇ ਪਹਿਲੇ 6 ਹਫ਼ਤੇ ਜਿਹੜਾ ਹੈਗਾ ਉਹ ਬਹੁਤ ਹੀ ਆਪਣੇ ਆਪ ਨੂੰ ਮਤਲਬ ਜਿਮ ਵਾਲੀ ਐਕਸਰਸਾਈਜ਼ ਜਾਂ ਹੈਵੀ ਐਕਸਰਸਾਈਜ਼ ਕਰਨ ਦੇ ਬਜਾਏ ਜਿਹੜੀ ਹੈਗੀ ਵਾਕ ਤੇ ਜ਼ਿਆਦਾ ਫੋਕਸ ਕਰੇ, ਤੇ ਉਹਦੀ ਰਿਕਵਰੀ ਸਭ ਤੋਂ ਚੰਗੀ ਰਿਕਵਰੀ ਹੈਗੀ। ਬਰੀਥਿੰਗ ਐਕਸਰਸਾਈਜ਼ ਸਰ ਉਹਦੇ ਲਈ ਐਡਡ ਕਰ ਸਕਦੇ ਹਾਂ ਅਸੀਂ, ਜਿਵੇਂ ਪ੍ਰਾਣਾਯਾਮ ਹੈ, ਉਹ ਉਹਦੇ ਲਈ ਬਹੁਤ ਹੀ ਜ਼ਿਆਦਾ ਰਾਮਬਾਨ ਵਾਲੀ ਗੱਲ ਹੈ ਆਫਟਰ ਰਿਕਵਰੀ। ਬਿਲਕੁਲ ਠੀਕ ਹੈ, ਮਤਲਬ ਪ੍ਰਾਣਾਯਾਮ ਬੰਦੇ ਨੂੰ ਰਿਕਵਰੀ ਤੋਂ ਬਾਅਦ ਕਰਤਾ ਰਹਿਣਾ ਚਾਹੀਦਾ, ਸੋ ਦੈਟ ਕਿ ਉਹਦੇ ਲੰਗਸ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਡੈਮੇਜ ਹੋਇਆ ਉਹ ਛੇਤੀ ਤੋਂ ਛੇਤੀ ਰਿਕਵਰ ਹੋ ਸਕੇ। ਰਿਗਾਰਡਿੰਗ ਵੈਕਸੀਨ ਆਈ ਜਸਟ ਵਾਂਟ ਟੂ ਐਡ ਕਿ ਕੁਝ ਮੈਂ ਐਡ ਕਰਨਾ ਚਾਹੁੰਦਾ। ਜਿਸ ਤਰ੍ਹਾਂ ਪਹਿਲੇ ਵੈਕਸੀਨ ਲੱਗੀ ਵੀ ਹੈ, ਕਈ ਪੇਸ਼ੈਂਟ ਪੁੱਛਦੇ ਆ ਮੈਨੂੰ ਹੁਣ ਕਰੋਨਾ ਹੋ ਗਿਆ 10 ਦਿਨ ਬਾਅਦ, ਮੈਂ ਹੁਣ ਕੀ ਕਰਾਂ? ਸੈਕਿੰਡ ਡੋਜ਼ ਯੂਜ਼ਲੀ ਸੈਕਿੰਡ ਡੋਜ਼ 8 ਹਫ਼ਤੇ 2 ਮਹੀਨੇ ਬਾਅਦ, ਜਦੋਂ ਫੁੱਲੀ ਰਿਕਵਰ ਕਰ ਜੇ ਕੋਵਿਡ ਤੋਂ 8 ਹਫ਼ਤੇ ਬਾਅਦ ਉਹ ਸੈਕਿੰਡ ਡੋਜ਼ ਲਗਵਾ ਸਕਦਾ। ਉਸ ਕਰਕੇ ਕਈ ਵਾਰ ਇਹ ਹੁੰਦਾ ਕਿ ਆਪਣੇ ਕਈ ਇੰਸਟੀਟਿਊਸ਼ਨ ਹਾਇਰ ਇੰਸਟੀਟਿਊਸ਼ਨ ਤੋਂ ਐਂਟੀਬਾਡੀ ਟਾਈਟਰ ਕਰ ਲੈਂਦੇ ਆ, ਜਿਹੜੇ ਹਾਇਰ ਪ੍ਰੋਨ ਹੈ ਉਹ ਐਂਟੀਬਾਡੀ ਟਾਈਟਰ ਵੀ ਕਰ ਸਕਦੇ। ਜਦੋਂ ਨਹੀਂ ਸਫੀਸ਼ੀਐਂਟ ਬਣਿਆ ਤਾਂ ਇਹ ਡੋਜ਼ ਅਰਲੀ ਵੀ ਲੱਗ ਸਕਦੀ, ਪਰ ਸੈਕਿੰਡ ਡੋਜ਼ ਦਾ ਕੋਈ ਨੁਕਸਾਨ ਨਹੀਂ ਹੈ, ਉਹ ਲਗਵਾਣੀ ਹੈ 2 ਮਹੀਨੇ ਬਾਅਦ, ਬੇਸ਼ੱਕ ਵੈਕਸੀਨ ਹੋਈ ਵੀ, ਇਹ ਬਹੁਤ ਜ਼ਰੂਰੀ ਹੈ। ਇਹ ਡਾਕਟਰ ਸਾਹਿਬ ਥੋੜਾ ਜਿਹਾ ਉਹ ਆਪਾਂ ਉੱਦਾਂ ਕਵਰ ਕਰ ਲਿਆ ਹੈਗਾ, ਬਟ ਥੋੜਾ ਜਿਹਾ ਦੱਸੋ ਕਿ ਹੁਣ ਆਕਸੀਜਨ ਦਾ ਬੜਾ ਡਰ ਬਣਿਆ ਹੋਇਆ ਹੈਗਾ ਕਿ ਹਰ ਬੰਦਾ ਕਹਿੰਦਾ ਜੀ ਬੈੱਡ ਨਹੀਂ ਮਿਲ ਰਿਹਾ, ਆਕਸੀਜਨ ਨਹੀਂ ਮਿਲ ਰਹੀ, ਤੇ ਆਹ ਕ੍ਰਾਈਸਿਸ ਜਿਹੜਾ ਆ ਰਿਹਾ ਹੈਗਾ ਕਿ ਕਿਸ ਸਟੇਜਸ ਦੇ ਨਾਲ, ਮਤਲਬ ਕੋਰੋਨਾ ਦਾ ਪਹਿਲਾ ਸਟੇਜ ਹੋ ਗਿਆ, ਜਿਸ ਨਾਰਮਲ ਸਿੰਪਟਮ ਆਏ ਉਹਦਾ ਟੈਸਟ ਹੋ ਗਿਆ, ਉਹ ਪੋਜ਼ਿਟਿਵ ਆ ਗਿਆ, ਹੋਮ ਆਈਸੋਲੇਟ ਹੋ ਗਿਆ, ਉਹਨੂੰ ਕਦੋਂ L2 ਫੈਸਿਲਿਟੀ 'ਚ ਸਿੰਪਲ ਆਕਸੀਜਨ ਦੇ ਸਪੋਰਟ ਦੇ ਨਾਲ ਹਸਪਤਾਲ 'ਚ ਭਰਤੀ ਹੋਣ ਦੀ ਲੋੜ ਹੈਗੀ, ਤੇ ਕਦੋਂ ਉਹਨੂੰ ਜਿਹੜਾ ਹੈਗਾ ਮਤਲਬ ਕੀ ਆਪਾਂ ਨਾਰਮਲ ਦੱਸੀਏ, ਮਤਲਬ ਬਾਕੀ ਤੋਂ ਪ੍ਰਿਸਕ੍ਰਿਪਸ਼ਨ ਤੇ ਉਹ ਮਾਹਿਰ ਡਾਕਟਰ ਦੀ, ਬਟ ਆਪਾਂ ਅਮੂਮਨ ਹਰ ਆਦਮੀ ਦੇ ਉਹਦੇ ਵਾਸਤੇ, ਤੇ ਕਦੋਂ ਉਹਨੂੰ ਵੈਂਟੀਲੇਟਰ ਵਾਲੇ ਸਪੋਰਟ ਵੱਲ ਦੇਖਣਾ ਚਾਹੀਦਾ, ਮਤਲਬ ਆਪਾਂ ਜਨਰਲ ਗਾਈਡੈਂਸ ਦੇਣੀ ਹੈ। ਬਾਕੀ ਤੋਂ ਅਸੀਂ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਇੱਕ ਅਸੀਂ ਜਨਰਲ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ, ਮੈਡੀਕਲ ਮਾਹਿਰ ਦੀ ਸਲਾਹ ਨਹੀਂ ਹੈਗੀ, ਹਾਲਾਂਕਿ ਮੇਰੇ ਨਾਲ ਜਿਹੜੇ ਦੋਨੋਂ ਡਾਕਟਰ ਸਾਹਿਬਾਨ ਮੈਡੀਕਲ ਮਾਹਿਰ ਹੈਗੇ, ਬਟ ਉਹ ਇਨ ਪਰਸਨ ਦੇਖ ਕੇ ਹੀ ਪੇਸ਼ੈਂਟ ਟੂ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਸਲਾਹ ਦੇ ਸਕਦੇ ਨੇ, ਉਹਨੂੰ ਪ੍ਰਿਸਕ੍ਰਾਈਬ ਕਰ ਸਕਦੇ ਨੇ। ਅਸੀਂ ਇੱਕ ਜਨਰਲ ਗੱਲ ਕਰ ਰਹੇ ਹੈਗੇ ਜਿਹੜੀ ਅਮੂਮਨ ਜਿਹੜੀ ਹੈਗੀ ਉਹ ਧਿਆਨ 'ਚ ਰੱਖਣੀ ਚਾਹੀਦੀ ਹੈ। ਬਾਕੀ ਜਦੋਂ ਤੁਹਾਡਾ ਆਕਸੀਜਨ ਲੈਵਲ ਡਾਊਨ ਹੋ ਗਿਆ ਉਸ ਤੋਂ ਬਾਅਦ ਤੋਂ ਤੁਸੀਂ ਸਾਡੀ ਸਲਾਹ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਤੁਰੰਤ ਮਾਹਿਰ ਡਾਕਟਰ ਕੋਲੇ ਪਹੁੰਚੋ, ਤੇ ਉਹੀ ਡਿਸਾਈਡ ਕਰਨਾ ਉਹਨੇ ਹੀ ਕਿ ਉਹਨੇ L2 ਫੈਸਿਲਿਟੀ 'ਚ ਜਾਣਾ, ਆਕਸੀਜਨ ਸਿਲੰਡਰ ਦੇ ਨਾਲ ਜਾਣਾ, ਜਾਂ ਉਹਨੇ ਵੈਂਟੀਲੇਟਰ 'ਤੇ ਜਾਣਾ, ਉਹ ਉੱਥੇ ਮੌਕੇ 'ਤੇ ਡਾਕਟਰ ਡਿਸਾਈਡ ਕਰੇਗਾ। ਬਟ ਉਸ ਵੇਲੇ ਆਈ ਐਡ ਵਨ ਥਿੰਗ ਇੱਕ ਕਹਾਂਗਾ ਕਿ ਉਸ ਵੇਲੇ ਪੈਨਿਕੀ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਜਿੰਨੀਆਂ ਵਾਇਰਲ ਇਨਫੈਕਸ਼ਨਸ ਹੈ ਜਦੋਂ ਬੰਦੇ ਪੈਨਿਕੀ ਹੁੰਦੇ ਆ ਫਿਰ ਉਹ ਬੰਦੇ ਜਿਹੜੇ ਹੈਗੇ ਸਟ੍ਰੈਸ ਲੈਂਦੇ ਆ ਬਾਡੀ 'ਤੇ, ਤਾਂ ਉਦੋਂ ਜ਼ਿਆਦਾ ਵੱਧ ਜਾਂਦੀਆਂ ਨੇਗੀਆਂ। ਪੈਨਿਕੀ ਹੋਣ ਦੀ ਲੋੜ ਨਹੀਂ, ਰਿਲੈਕਸ ਮੂਡ ਨਾਲ ਆਪਣੇ ਡਾਕਟਰ ਕੋਲ ਜਾਓ। ਜਦੋਂ ਤੁਹਾਡੀ ਸੈਚੂਰੇਸ਼ਨ ਡਾਊਨ ਹੋ ਰਹੀ ਹੈ, ਸਭ ਤੋਂ ਪਹਿਲਾਂ ਤਾਂ ਘਰੇ ਜਿਵੇਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਨੈਚੁਰਲ ਵੈਂਟੀਲੇਟਰ ਜਿਹਨੂੰ ਅਸੀਂ ਕਹਿੰਦੇ ਹਾਂ, ਕੁਦਰਤੀ ਵੈਂਟੀਲੇਟਰ, ਉਹ ਹੈ ਤੁਹਾਡੀ ਪ੍ਰੋਨਿੰਗ। ਜੇ ਤੁਹਾਡੀ ਕਿਤੇ 2% ਆਕਸੀਜਨ ਘਟੀ ਹੈ, ਬਿਲਕੁਲ ਪੈਨਿਕ ਨਾ ਕ੍ਰੀਏਟ ਕਰੋ, ਕਿਤੇ ਨਾ ਜਾਓ, ਮੁੱਦੇ ਲੇਟੋ। ਮੁੱਦੇ ਲੇਟਣ ਦੇ ਵਿੱਚ ਕੀ ਹੈ, ਜਿਵੇਂ SSP ਸਾਹਿਬ ਨੇ ਦੱਸਿਆ ਪਹਿਲਾਂ ਕਿ 2 ਪਿੱਲੋ ਤੁਸੀਂ ਰੱਖਣੇ ਹੈ, ਇੱਕ ਚੈਸਟ ਥੱਲੇ ਰੱਖਣਾ ਹੈ, ਥਾਈਸ ਥੱਲੇ ਰੱਖਣਾ ਹੈ। ਉਹਦੇ ਵਿੱਚ ਤੁਸੀਂ ਜੋ ਲੇਟੋਗੇ ਯੂ ਵਿਲ ਸੀ ਕਿ ਇਮੀਡੀਏਟਲੀ ਤੁਹਾਡੀ 2-3% ਜਿਹੜੀ ਹੈ ਸੈਚੂਰੇਸ਼ਨ ਉਹ ਇਨਕਰੀਜ਼ ਹੋ ਜਾਂਦੀ ਹੈ। ਅਗਰ ਉਹ ਵੀ ਨਹੀਂ ਹੋ ਰਹੀ ਤਾਂ ਬੜੇ ਆਰਾਮ ਨਾਲ ਜਾ ਕੇ ਆਪਣੇ ਡਾਕਟਰ ਦੀ ਰਾਏ ਲਓ ਜਾਂ ਫੋਨ 'ਤੇ ਰਾਏ ਲਓ, ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰਨਗੇ ਕਿ ਤੁਹਾਨੂੰ ਕਿੱਥੇ ਜਾਣਾ ਚਾਹੀਦਾ, ਕਿਸ ਫੈਸਿਲਿਟੀ 'ਤੇ ਜਾਣਾ ਚਾਹੀਦਾ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬਹੁਤ ਜ਼ਰੂਰੀ ਗੱਲ ਹੈਗੀ ਕਿ ਵੀ ਉਹ ਕਿਹੜੀ ਫੈਸਿਲਿਟੀ 'ਤੇ ਜਾਣਾ, ਉਹ ਤੋਂ ਡਾਕਟਰ ਨੇ ਮੌਕੇ 'ਤੇ ਹੀ ਡਿਸਾਈਡ ਕਰਨਾ ਹੈਗਾ। ਕਈ ਸਾਹ ਦੇ ਮਰੀਜ਼ ਹੁੰਦੇ ਆ ਪੁਰਾਣੇ, COPD ਕਹਿੰਦੇ ਆ, ਜਾਂ ਕੋਈ ਸਮੋਕਰ ਹੈ, ਉਹਨਾਂ ਦੀ ਆਕਸੀਜਨ ਪਹਿਲਾਂ ਤੋਂ ਹੀ ਕਈ ਵਾਰ ਘੱਟ ਹੁੰਦੀ ਹੈ। ਉਹਨਾਂ ਨੂੰ ਚਾਹੀਦਾ ਜੇ ਬੇਸਿਕ ਆਕਸੀਜਨ ਉਹਨਾਂ ਦੀ 92-91 ਹੈ ਤਾਂ ਉਹਨਾਂ ਨੂੰ ਜ਼ਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਆਕਸੀਜਨ ਵਾਸਤੇ। ਜੇ ਉਹਨਾਂ ਦੀ 90 ਤੋਂ ਉੱਪਰ ਵੀ ਮੇਨਟੇਨ ਰਹਿੰਦੀ ਹੈ ਤਾਂ ਕੋਈ ਇੰਨੇ ਪੈਨਿਕ ਕਰਨ ਦੀ ਲੋੜ ਨਹੀਂ ਕਿ ਅਸੀਂ ਹੁਣੇ ਦਾਖਲ ਹੋਣਾ ਹੈ। ਉਹਨਾਂ ਦਾ ਬੇਸਿਕ ਆਕਸੀਜਨ ਲੈਵਲ ਸ਼ੁਰੂ ਤੋਂ ਹੀ ਘੱਟ ਹੁੰਦਾ। ਦੂਸਰੀ ਚੀਜ਼, ਸਾਡੀ ਘਬਰਾਹਟ, ਸਾਡੀ ਐਂਜ਼ਾਈਟੀ ਕਈ ਵਾਰ 2-3% ਤੱਕ ਆਕਸੀਜਨ ਵੈਸੇ ਹੀ ਘਟਾ ਦਿੰਦੀ ਹੈ। ਤੇ ਬਿਲਕੁਲ ਕੰਫਰਟੇਬਲ ਹੋ। ਆਕਸੀਜਨ ਜਿਹੜੀ ਹੈਗੀ ਬਹੁਤ ਘੱਟ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ। ਹਸਪੀਟਲ ਜਾ ਕੇ ਕਈ ਵਾਰ ਆਪਾਂ ਬਾਕੀਆਂ ਦੇ ਬੈੱਡ ਵੀ ਵੇਸਟ ਕਰਦੇ ਹਾਂ, ਇੱਥੇ ਹੋਰਾਂ ਦੀ ਵਰਕਲੋਡ ਵੀ ਜ਼ਿਆਦਾ ਹੈ ਅਤੇ ਅਸੀਂ ਹੋਰ ਵੀ ਇਨਫੈਕਸ਼ਨ ਲੈ ਕੇ ਆ ਸਕਦੇ ਹਾਂ। ਜੇ ਅਸੀਂ ਬਿਲਕੁਲ ਨਾਰਮਲ ਆ, ਸਾਨੂੰ ਹਸਪੀਟਲ ਤੋਂ ਜਾਣ ਦੀ ਲੋੜ ਨਹੀਂ। ਜੇ ਅਸੀਂ ਦਾਖਲ ਹੁੰਦੇ ਹਾਂ, ਹੋ ਸਕਦਾ ਉੱਥੋਂ ਸਾਨੂੰ ਹੋਰ ਇਨਫੈਕਸ਼ਨ ਹੋ ਜਾਏ, ਸਾਡੀ ਇਲਨੈਸ ਜਿਹੜੀ ਪ੍ਰੋਲੋਂਗ ਹੋ ਜਾਏ, ਜਦੋਂ ਕਿ ਅਸੀਂ ਘਰੇ ਆਰਾਮ ਨਾਲ ਠੀਕ ਹੋ ਸਕਦੇ ਹਾਂ।
ਇਸ ਕਰਕੇ ਆਪਣੀ ਐਂਜ਼ਾਈਟੀ ਨੂੰ ਬਿਲਕੁਲ ਠੀਕ ਕਰੋ, ਘਬਰਾਹਟ ਨਾ ਕਰੋ। ਜੇ ਤੁਹਾਨੂੰ ਪੋਜ਼ਿਟਿਵ ਆਉਂਦਾ ਆਪਣੇ ਕੰਸਰਨ ਡਾਕਟਰ ਨਾਲ ਗੱਲ ਕਰੋ, ਜੇ ਜ਼ਰੂਰਤ ਹੈ ਤਾਂ ਹੀ ਐਡਮਿਟ ਹੋ, ਜਿੰਨਾ ਹੋ ਸਕੇ ਅਵੋਇਡ ਕਰੋ। ਕਾਫੀ ਐਡਮਿਸ਼ਨਾਂ ਟੈਨਸ਼ਨ ਕਰਕੇ ਜੋ ਹੋ ਰਹੀਆਂ ਉਹਨਾਂ ਨੂੰ ਅਸੀਂ ਅਵੋਇਡ ਕਰ ਸਕਦੇ ਹਾਂ ਇੱਕ ਪ੍ਰੋਪਰਲੀ ਡਾਕਟਰੀ ਸਲਾਹ ਨਾਲ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਇਹ ਡਾਕਟਰ ਸਾਹਿਬ ਆਪਾਂ ਲਾਸਟ ਥੋੜਾ ਜਿਹਾ ਦੱਸੀਏ ਕਿ ਇਹ ਵੈਕਸੀਨੇਸ਼ਨ ਡਰਾਈਵ ਜਿਹੜੀ ਸਰਕਾਰ ਵੱਲੋਂ ਚਲਾਈ ਹੋਈ ਹੈਗੀ, ਅਸੀਂ ਆਪਾਂ ਤੁਹਾਡੇ ਨਾਲ ਵੀ ਮੀਟਿੰਗਸ ਕੀਤੀ, ਅਸੀਂ ਪਿੰਡ 'ਚ ਜਾ ਕੇ ਮੀਟਿੰਗ ਕੀਤੀ, ਬਹੁਤ ਸਾਰੇ ਲੋਕ ਮਤਲਬ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਤੇ ਕਾਫੀ ਬੜੇ ਤਾਦਾਦ 'ਚ ਮਾਨਸਾ 'ਚ ਵੈਕਸੀਨੇਸ਼ਨ ਚੱਲ ਰਿਹਾ ਹੈਗਾ। ਤੇ ਕੁਝ ਲੋਕਾਂ ਦੇ ਸਵਾਲ ਹੈਗੇ, ਇੱਕ ਤਾਂ ਸਵਾਲ ਹੈਗਾ ਕਿ ਜਦੋਂ ਕੋਵਿਡ ਪੋਜ਼ਿਟਿਵ ਹੋ ਗਿਆ ਬੰਦਾ ਤੇ ਰਿਕਵਰ ਕਰ ਗਿਆ, ਉਸ ਤੋਂ ਉਹਨੂੰ ਕਿੰਨੇ ਦਿਨ ਬਾਅਦ ਲਗਭਗ ਜਿਹੜੀ ਹੈਗੀ ਵੈਕਸੀਨੇਸ਼ਨ ਲਗਾਉਣੀ ਚਾਹੀਦੀ? ਜਿਹੜੀ ਫਸਟ ਡੋਜ਼ ਹੈ ਜਦੋਂ ਪੂਰਾ ਰਿਕਵਰ ਕਰ ਗਿਆ ਉਹ 4 ਹਫ਼ਤੇ ਦੇ ਵਿੱਚ ਆਪਣੀ ਫਸਟ ਡੋਜ਼ ਲੈ ਸਕਦਾ ਹੈ। ਅਗਰ ਉਹਨੇ ਫਸਟ ਡੋਜ਼ ਪਹਿਲੇ ਲਗਵਾਈ ਹੋਈ ਹੈ ਤਾਂ ਉਹ 8 ਹਫ਼ਤੇ ਦਾ ਵਕਫਾ ਵੀ ਰੱਖ ਸਕਦਾ ਹੈ। ਐਂਟੀਬੋਡੀਜ਼ ਘੱਟ ਬਣੀਆਂ ਨੇ ਤਾਂ ਉਸ ਤੋਂ ਪਹਿਲਾਂ ਵੀ ਲਗਵਾ ਸਕਦਾ ਹੈਗਾ। ਮਤਲਬ ਉਹਨੂੰ ਦੋਨੇ ਡੋਜ਼ਾਂ ਲੈਣੀਆਂ ਬਹੁਤ ਜ਼ਰੂਰੀ ਹੈ। ਸ਼ਾਇਦ ਜਿਹੜਾ ਅਸੀਂ ਹੁਣ ਨੁਕਸਾਨ ਦੇਖ ਰਹੇ ਹਾਂ ਜਾਂ ਸਰਜ ਦੇਖ ਰਹੇ ਹਾਂ, ਉਹਦਾ ਕੁਝ ਕਾਰਨ ਇਹ ਵੀ ਹੈ ਕਿ ਲੋਕਾਂ ਨੇ ਸਮੇਂ ਸਿਰ ਆਪਣੀ ਵੈਕਸੀਨੇਸ਼ਨ ਨਹੀਂ ਕਰਵਾਈ। ਜੇ ਅਸੀਂ ਜਨਵਰੀ ਜਾਂ ਫਰਵਰੀ ਤੋਂ ਵੈਕਸੀਨੇਸ਼ਨ ਸ਼ੁਰੂ ਕੀਤੀ ਹੋਈ ਹੈ, ਅਗਰ ਉਦੋਂ ਤੋਂ ਸਾਰੇ ਲੋਕ ਆਪਣੀ ਵੈਕਸੀਨੇਸ਼ਨ ਜਦੋਂ ਜਿਹਦੀ ਵਾਰੀ ਆਉਂਦੀ ਸੀ ਉਹ ਕਰਵਾਉਂਦਾ ਰਹਿੰਦਾ ਤਾਂ ਸ਼ਾਇਦ ਇਹ ਇੰਨਾ ਜ਼ਿਆਦਾ ਨਾ ਹੁੰਦਾ ਜਿੰਨਾ ਹੁਣ ਹੋਇਆ। ਮਤਲਬ ਤੁਹਾਡਾ ਕਹਿਣ ਦਾ ਮਤਲਬ ਕਿ ਜਦੋਂ ਉਹ 17 ਦਿਨ ਉਹਨੂੰ ਪੂਰੇ ਹੋ ਗਏ Yes. ਤੇ ਉਸ ਤੋਂ 4 ਹਫ਼ਤੇ ਬਾਅਦ ਉਹਨੂੰ ਆਪਣਾ ਪਹਿਲੀ ਡੋਜ਼ ਲੈ ਸਕਦਾ ਹੈ। ਤੇ ਹੁਣ ਮਤਲਬ ਜਿਹੜੇ ਤੁਸੀਂ ਗੱਲ ਕਹੀ ਕਿ ਜੇਕਰ ਆਪਾਂ ਪਹਿਲਾਂ ਵੈਕਸੀਨੇਸ਼ਨ ਲਵਾਉਂਦੇ ਤਾਂ ਸ਼ਾਇਦ ਇੰਨਾ ਦਿੱਕਤ ਨਹੀਂ ਹੁੰਦੀ, ਤੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵੈਕਸੀਨੇਸ਼ਨ ਲਵਾਉਣ ਦਾ ਤੇ ਬਿਨਾਂ ਲਵਾਉਣ ਦਾ ਕੀ ਤੁਹਾਡੇ ਕੋਲੇ ਮਤਲਬ ਪ੍ਰੈਕਟੀਕਲ ਡਿਫਰੈਂਸ ਕੀ ਹੈਗਾ? ਜਿਹੜੇ ਬੰਦੇ ਨੇ ਵੈਕਸੀਨੇਸ਼ਨ ਲਵਾਈ ਹੋਈ ਹੈਗੀ ਹਾਂਜੀ ਤੇ ਜਿਹੜੇ ਬਿਨਾਂ ਲਵਾਏ ਹੋਏ ਹੈਗੇ ਉਹ ਕਿਸ ਕੰਡੀਸ਼ਨ 'ਚ ਡਾਕਟਰ ਸਾਹਿਬ ਆ ਰਹੇ ਨੇ ਬੰਦੇ? सर इसमें एक ये देखा गया जी फर्स्ट वैक्सीन है और सैकेंड वैक्सीन है, यूजली सैकेंड वैक्सीन के थोड़े दिनों बाद ही इसका इफेक्ट शुरू हो जाता है ਤੁਹਾਡੀ ਪ੍ਰੋਟੈਕਸ਼ਨ। वैक्सीन हो सकता ਤੁਹਾਨੂੰ ਕਰੋਨਾ ਤੋਂ ਨਾ ਰੋਕੇ 100%, ਪਰ ਕਰੋਨਾ ਦੀ ਜਿਹੜੀ ਮਿਆਦ ਹੈ, ਦਿੱਕਤ ਹੈ, 3rd ਸਟੇਜ ਤੇ ਜੇ ਤੁਸੀਂ ਪਹੁੰਚ ਰਹੇ ਹੋ ਤਾਂ ਹੋ ਸਕਦਾ ਉੱਥੇ ਨਾ ਪਹੁੰਚੋ। ਇਹ ਸਟੱਡੀਜ਼ ਆਈਆਂ, ਜਿੰਨੇ ਵੀ ਪੇਸ਼ੈਂਟ ਸੀਰੀਅਸ ਕੰਡੀਸ਼ਨ 'ਚ ਐਡਮਿਟ ਹੁੰਦੇ ਆ, ਆਈਸੀਯੂ 'ਚ ਐਡਮਿਟ ਹੁੰਦੇ ਆ, ਉਹ ਮੈਜੋਰਿਟੀ ਕੇਸਿਸ ਐਸੇ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ। ਮਤਲਬ ਆਪਾਂ ਆ ਕਹਿ ਸਕਦੇ ਹਾਂ ਕਿ ਜਿਹੜੇ ਪੇਸ਼ੈਂਟਸ ਕ੍ਰਿਟੀਕਲ ਹੋ ਰਹੇ ਨੇ ਉਹਨਾਂ ਵਿੱਚ ਬੜੀ ਤਾਦਾਦ ਉਹਨਾਂ ਪੇਸ਼ੈਂਟਸ ਦੀ ਹੈਗੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਹੈਗਾ, ਤੇ ਜਿਨ੍ਹਾਂ ਨੇ ਵੈਕਸੀਨ ਲਵਾਇਆ ਹੈਗਾ ਉਹਨਾਂ ਦੇ ਕ੍ਰਿਟੀਕਲ ਹੋਣ ਦੀ ਤਾਦਾਦ ਜਿਹੜੀ ਹੈਗੀ ਸੰਖਿਆ ਬਹੁਤ ਘੱਟ ਹੈ। ਸਰ ਅਸੀਂ ਵਧੀਆ ਐਗਜ਼ਾਮਪਲ ਦੇ ਸਕਦੇ ਹਾਂ। ਲਾਸਟ ਟਾਈਮ ਜਦੋਂ ਲਾਸਟ ਈਅਰ ਇਹ ਕਰੋਨਾ ਦੀ ਪਹਿਲੀ ਸਰਜ ਆਈ ਹੈ, ਉਦੋਂ ਇਦੋਂ ਵੀ ਘੱਟ ਸਮੇਂ ਦੇ ਵਿੱਚ ਸਾਡੇ ਡਾਕਟਰਸ ਤੇ ਪੈਰਾਮੈਡੀਕਲ ਸਟਾਫ 3000 ਦੇ ਲਗਭਗ ਜਿਹੜੀ ਡੈਥ ਹੈ ਉਹ ਪੂਰੇ ਕੰਟਰੀ ਦੇ ਵਿੱਚ ਇਦੋਂ ਪਹਿਲਾਂ ਹੀ ਹੋ ਗਈ ਸੀ ਸਰ। ਪਰੰਤੂ ਇਸ ਵਾਰੀ ਬਿਮਾਰ ਤੇ ਸਾਡੇ ਡਾਕਟਰ ਬਹੁਤ ਹੋਏ ਆ ਕਰੋਨਾ ਨਾਲ, ਔਰ ਪੈਰਾਮੈਡੀਕਲ ਸਟਾਫ ਵੀ ਬਹੁਤ ਬਿਮਾਰ ਹੋਇਆ, ਪਰੰਤੂ ਜਿਹੜੀਆਂ ਡੈਥ ਰੇਟ ਹੈ ਪਰਮਾਤਮਾ ਦੀ ਕਿਰਪਾ ਨਾਲ ਇੱਕ ਵੀ ਨਹੀਂ ਸੁਣਿਆ ਹੈਗਾ ਇਸ ਵਾਰੀ। ਜਦੋਂ ਕਿ ਡਾਕਟਰ ਦਿਨ ਰਾਤ ਕਰੋਨਾ ਮਰੀਜ਼ਾਂ ਦੇ ਵਿੱਚ ਵਿਚਾਲੇ ਤੁਰ ਫਿਰ ਕੇ ਸੇਵਾ ਕਰ ਰਹੇ ਆ, ਪਰ ਫਿਰ ਵੀ ਡੈਥ ਨਹੀਂ ਸੁਣੀ। ਪਿਛਲੇ ਵਾਰੀ 3-4 ਹਜ਼ਾਰ ਡੈਥ ਹੋਈ ਸੀ। ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਡਾਕਟਰਾਂ ਨੂੰ 2 ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਨੇਗੀਆਂ ਵੈਕਸੀਨ। ਬਿਲਕੁਲ ਠੀਕ ਹੈ, ਤੁਹਾਡੀ ਗੱਲ ਠੀਕ ਹੈਗੀ ਕਿ ਜਿਹੜੀ ਮਤਲਬ ਕੁਝ ਹਾਲਾਂਕਿ ਕੁਝ ਫਰੰਟ ਲਾਈਨ ਵਰਕਰਸ, ਕੁਝ ਡਾਕਟਰਸ ਦੀ ਡੈਥ ਇਨ ਬਿਟਵੀਨ ਹੋਈ ਹੈਗੀ, ਬਟ ਉਹ ਬਹੁਤ ਘੱਟ ਗਿਣਤੀ 'ਚ ਹੈਗੀ, ਤੇ ਜਿਹਦਾ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਇਫੈਕਟ ਜਿਹੜਾ ਹੈਗਾ ਜਾਂ ਕ੍ਰੈਡਿਟ ਵੈਕਸੀਨੇਸ਼ਨ ਨੂੰ ਜਾਂਦਾ ਹੈਗਾ। ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਆਪਾਂ ਮਤਲਬ ਬਹੁਤ ਇੰਪੋਰਟੈਂਟ ਤੁਸੀਂ ਜਾਣਕਾਰੀ ਸਾਂਝਾ ਕੀਤੀ ਹੈਗੀ ਆਮ ਲੋਕਾਂ ਦੇ ਨਾਲ, ਤੇ ਮੈਂ ਉਮੀਦ ਕਰਦਾ ਕਿ ਇਸ ਇਨਫੋਰਮੇਸ਼ਨ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋਗੇ, ਸੋ ਦੈਟ ਕਿ ਜਿਹੜੀ ਨੋਰਮਲ ਜਾਣਕਾਰੀ, ਆਮ ਜਾਣਕਾਰੀ ਕੋਰੋਨਾ ਦੇ ਬਾਰੇ ਹੈਗੀ ਜਾਂ ਇਹਦੇ ਬਾਰੇ ਕੋਈ ਡਾਊਟ ਹੈਗਾ, ਉਹ ਲੋਕਾਂ ਨੂੰ ਉਸ ਤੋਂ ਰਾਹਤ ਮਿਲ ਸਕੇ, ਉਹਨੂੰ ਗਾਈਡੈਂਸ ਮਿਲ ਸਕੇ। ਬਟ ਮੈਂ ਫਿਰ ਵੀ ਕਹਿਣਾ ਚਾਹੂੰਗਾ ਕਿ RT-PCR ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈਗਾ, ਜਾਂ ਰੈਟ ਟੈਸਟ, ਤੁਸੀਂ ਰੈਪਿਡ ਐਂਟੀਜਨ ਟੈਸਟ ਤੁਰੰਤ ਕਰਾਓ ਜਦੋਂ ਤੁਹਾਡਾ ਕੋਈ ਵੀ ਸਿੰਪਟਮ ਆ ਗਿਆ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਆਲਰੇਡੀ ਸਿਹਤਯਾਬ ਹੈਗੇ, ਠੀਕ ਹੈਗੇ, ਕੋਰੋਨਾ ਤੋਂ ਬਚੇ ਹੋਏ ਹੈਗੇ, ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਆਪਣਾ ਵੈਕਸੀਨੇਸ਼ਨ ਲਵਾ ਲੈਣਾ ਚਾਹੀਦਾ। ਹੁਣ ਸਰਕਾਰ ਨੇ 18 ਸਾਲ ਤੋਂ ਉੱਪਰ ਵਾਲਿਆਂ ਦਾ ਵੀ ਵੈਕਸੀਨੇਸ਼ਨ ਓਪਨ ਕਰਤਾ ਹੈਗਾ, ਤੇ ਆਪਾਂ ਬੜੀ ਤਾਦਾਦ 'ਚ ਵੈਕਸੀਨੇਸ਼ਨ ਲਵਾਈਏ, ਸੋ ਦੈਟ ਕਿ ਕੀਮਤੀ ਜਾਨਾਂ ਆਪਾਂ ਬਚਾ ਸਕੀਏ। ਇਸ ਦੇ ਨਾਲ ਨਾਲ ਮੈਂ ਸਾਰੇ ਲੋਕਾਂ ਨਾਲ, ਮਾਨਸਾ ਵਾਸੀਆਂ ਨਾਲ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੀ ਸਰਕਾਰ ਨੇ ਗਾਈਡਲਾਈਨਸ, ਰੈਸਟ੍ਰਿਕਸ਼ਨਸ ਹੁਣ ਲਾਈ ਹੈਗੀ, ਕੁਝ ਲੋਕਾਂ ਦਾ ਵਿੱਚ ਰੋਸ ਹੈਗਾ ਕਿ ਜੀ ਸਾਡੇ ਦੁਕਾਨਾਂ ਬੰਦ ਕਰਾਤੀ ਹੈਗੀ, ਅਸੀਂ ਕਿਰਾਇਆ ਕਿੱਦਾਂ ਦੇਵਾਂਗੇ, ਅਸੀਂ ਰੁਜ਼ਗਾਰ ਕਿੱਦਾਂ ਕਰਾਂਗੇ। ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੰਡੀਸ਼ਨ ਇਸ ਤਰੀਕੇ ਦੀ ਹੈਗੀ ਕਿ ਸਰਕਾਰ ਨੂੰ ਮਤਲਬ ਅੱਜ ਤੋਂ ਪਹਿਲਾਂ ਹੀ ਕਦੋਂ ਦਾ ਹੀ ਫੁੱਲ ਲੋਕਡਾਊਨ ਲਾਗੂ ਹੋ ਜਾਣਾ ਚਾਹੀਦਾ ਸੀਗਾ, ਬਟ ਕੇਵਲ ਆਮ ਆਦਮੀ ਦੀ ਰੋਜੀ, ਉਹਦੇ ਰੁਜ਼ਗਾਰ ਨੂੰ ਧਿਆਨ 'ਚ ਰੱਖਦੇ ਹੋਏ, ਉਹਦੀ ਇਕਨੋਮਿਕ ਕੰਡੀਸ਼ਨ ਨੂੰ ਧਿਆਨ 'ਚ ਰੱਖਦੇ ਹੋਏ, ਜਿਹੜਾ ਆਪਾਂ ਪਹਿਲਾਂ ਪ੍ਰਕੋਪ ਕਰੋਨਾ ਦਾ ਝੇਲਿਆ ਹੈਗਾ, ਹਰ ਬੰਦੇ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਬੜੇ ਹੀ ਮਤਲਬ ਸੈਂਸਿਟਿਵ ਤਰੀਕੇ ਨਾਲ ਜਿਹੜਾ ਹੈਗਾ ਉਹ ਬਹੁਤ ਹੀ ਜ਼ਰੂਰੀ ਜਿਹੜੀ ਗਾਈਡਲਾਈਨਸ, ਰੈਸਟ੍ਰਿਕਸ਼ਨਸ ਦੀ ਇਸ਼ੂ ਕੀਤੀ ਹੈਗੀ, ਕਿਉਂਕਿ ਆਹ ਮਿਨੀਮਮ ਗਾਈਡਲਾਈਨ ਰੈਸਟ੍ਰਿਕਸ਼ਨਸ ਹੈਗੀ। ਜੇਕਰ ਆਪਾਂ ਆਹ ਲਾਗੂ ਨਹੀਂ ਕਰਾਂਗੇ ਤੇ
ਫਾਈਨੈਂਸ਼ੀਅਲ ਲੋਸ ਦੇ ਨਾਲ ਹੁਣ ਤੋਂ ਕੇਵਲ ਫਾਈਨੈਂਸ਼ੀਅਲ ਲੋਸ ਹੋਣਾ, ਉਹ ਵੀ ਲਿਮਿਟਿਡ, ਤੇ ਅਦਰਵਾਈਜ਼ ਫਾਈਨੈਂਸ਼ੀਅਲ ਦੇ ਨਾਲ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਹੋਏਗਾ ਔਰ ਬੜੀ ਤਾਦਾਦ 'ਚ ਹੋਏਗਾ। ਤੇ ਜੇਕਰ ਆਹ ਰੈਸਟ੍ਰਿਕਸ਼ਨਸ ਨੂੰ ਲੋਕ ਫੋਲੋ ਨਹੀਂ ਕਰਨਗੇ ਤੇ ਜਿਹੜੀ 15 ਦਿਨ ਵਾਸਤੇ ਸਰਕਾਰ ਨੇ 15 ਤਾਰੀਖ ਤੱਕ ਰੈਸਟ੍ਰਿਕਸ਼ਨ ਲਾਈ ਹੈਗੀ, ਇਹਨਾਂ ਨੂੰ ਜੇਕਰ ਮਤਲਬ ਸਖਤੀ ਨਾਲ ਫੋਲੋ ਨਹੀਂ ਕਰਨਗੇ ਤੇ ਫਿਰ ਉਹਨਾਂ ਦੀ ਮਤਲਬ ਜਿਹੜੀ ਅਣਗਹਿਲੀ ਹੈਗੀ ਉਹ ਜ਼ਿੰਮੇਵਾਰ ਹੋ ਸਕਦੀ ਔਰ ਸਖਤ ਜਿਹੜੀ ਹੈਗੀ ਰੈਸਟ੍ਰਿਕਸ਼ਨਸ ਵਾਸਤੇ ਵੀ। ਇਸ ਕਰਕੇ ਮੇਰੀ ਸਾਰਿਆਂ ਤੋਂ ਬੇਨਤੀ ਹੈਗੀ ਕਿ ਆਪਾਂ ਗੈਰ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਹੀਂ ਨਿਕਲੀਏ। ਆਪਣੇ ਪਰਿਵਾਰਾਂ ਦੀ, ਆਪਣੇ ਪਿਆਰਿਆਂ ਦੀ, ਆਪਣੇ ਦੋਸਤਾਂ ਦੀ ਜਾਨ ਦੀ ਸੁਰੱਖਿਆ ਵਾਸਤੇ, ਆਪਣੇ ਜਾਨ ਔਰ ਮਾਲ ਦੀ ਸੁਰੱਖਿਆ ਵਾਸਤੇ, ਇਸ ਕੋਰੋਨਾ ਮਹਾਮਾਰੀ ਤੋਂ ਬਚਾਅ ਵਾਸਤੇ ਜਿਹੜਾ ਹੈਗਾ ਉਹ ਰੈਸਟ੍ਰਿਕਸ਼ਨਸ ਦਾ ਪਾਲਨ ਕਰੀਏ। ਕੋਰੋਨਾ ਦਾ ਜਿਹੜਾ ਐਪਰੋਪ੍ਰੀਏਟ ਬਿਹੇਵੀਅਰ ਹੈਗਾ ਉਹਨੂੰ ਧਿਆਨ ਰੱਖੀਏ ਤੇ ਪ੍ਰਸ਼ਾਸਨ ਦਾ, ਸਰਕਾਰ ਦਾ ਤੇ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਦਿੰਦੇ ਹੋਏ ਜਿਹੜਾ ਹੈਗਾ ਉਹ ਆਪਾਂ ਇਹਦਾ ਪਾਲਨ ਕਰੀਏ ਤਾਂ ਕਿ ਆਪਾਂ ਇਸ ਲੜਾਈ ਨੂੰ ਜਿੱਤ ਸਕੀਏ ਤੇ ਛੇਤੀ ਤੋਂ ਛੇਤੀ ਇਸ ਪ੍ਰਕੋਪ ਤੋਂ ਬਾਹਰ ਆ ਸਕੀਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੁੜਨ ਵਾਸਤੇ ਤੇ ਇਹਨੂੰ ਜਾਣਕਾਰੀ ਨੂੰ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਬਹੁਤ ਧੰਨਵਾਦ। ਜੈ ਹਿੰਦ। ਥੈਂਕ ਯੂ। ਥੈਂਕ ਯੂ।